सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਭਾਰਤ ਦੀ ਰਾਜਨੀਤੀ ਵਿੱਚ ਇਸ ਸਮੇਂ ਜੋ ਕੁਝ ਵਾਪਰ ਰਿਹਾ ਹੈ, ਉਸ ਦੇ ਉੱਪਰ ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਤਾਂ ਲੱਗੀਆਂ, ਪਰ ਵਿਦੇਸ਼ੀ ਲੋਕ ਵੀ ਉਸ ਨੂੰ ਬੜਾ ਨੇੜਿਓਂ ਦੇਖ ਰਹੇ ਹੈ ਕਿ ਭਾਰਤ ਵਿੱਚ ਕੀ ਹੋਣ ਜਾ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਚੋਣਾਂ ਦਾ ਮਾਹੌਲ ਬਣ ਚੁੱਕਾ ਹੈ ਤੇ ਖਾਸ ਕਰਕੇ 5 ਰਾਜਾਂ ਵਿੱਚ ਚੋਣਾਂ ਦੇ ਲਈ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪਾਰਟੀਆਂ ਨੇ ਟਿਕਟਾਂ ਦੀ ਵੰਡ ਵੀ ਸ਼ੁਰੂ ਕਰ ਲਈ ਹੈ, ਚੋਣ ਰੈਲੀਆਂ ਸ਼ੁਰੂ ਹੋ ਗਈਆਂ, ਸਟਾਰ ਪ੍ਰਚਾਰਕ ਉੱਥੇ ਜਾਣੇ ਸ਼ੁਰੂ ਹੋ ਗਏ ਹੈ ਤੇ ਇੱਥੋਂ ਤੱਕ ਕਿ ਚੋਣ ਕਮਿਸ਼ਨ ਨੇ ਵੀ ਇਸ ਗੱਲ ਦਾ ਸੰਕੇਤ ਦੇ ਦਿੱਤਾ ਹੈ ਕਿ 5 ਅਕਤੂਬਰ ਤੱਕ ਵੋਟਰ ਲਿਸਟਾਂ ਲੱਗ ਜਾਣਗੀਆਂ ਤੇ ਉਸ ਤੋਂ ਬਾਅਦ ਕਿਸੇ ਵੀ ਸਮੇਂ ਜਿਹੜਾ ਚੋਣਾਂ ਦਾ ਐਲਾਨ ਸੰਭਵ ਹੈ। ਤੇ ਇਹ ਸਾਰੇ ਦੌਰ ਦੇ ਵਿੱਚ ਪਿਛਲੇ ਸਮੇਂ 'ਚ ਜੋ ਕੁਝ ਵਾਪਰਿਆ, ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਿਸ ਢੰਗ ਨਾਲ ਸਾਰਾ ਕੁਝ ਹੋਇਆ ਦੇਸ਼ ਦੇ ਅੰਦਰ, ਔਰ ਉਹਨਾਂ ਦੇ ਇਸ ਟੀਮ ਵੱਲੋਂ ਖਾਸ ਕਰਕੇ ਜਿਸ ਤਰ੍ਹਾਂ ਮੋਦੀ ਤੇ ਸ਼ਾਹ ਦਾ ਨਾਮ ਲਿਆ ਜਾਂਦਾ ਕਿ ਕਿਵੇਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਹਟਾਉਣ ਦੇ ਲਈ ਹਰ ਤਰ੍ਹਾਂ ਦਾ ਹਰਬਾ, ਹਰ ਤਰ੍ਹਾਂ ਦਾ ਢੰਗ ਤਰੀਕਾ ਵਰਤਿਆ ਗਿਆ। ਪਰ ਉਹ ਸਾਰੇ ਦੇ ਬਾਵਜੂਦ ਜਿਸ ਢੰਗ ਦੇ ਨਾਲ ਵਿਰੋਧੀ ਪਾਰਟੀਆਂ ਦਾ ਕਾਂਗਰਸ ਦੀ ਅਗਵਾਈ ਨਾਲ ਗੱਠਜੋੜ ਬਣਿਆ ਇੰਡੀਆ, ਉਸ ਨੇ ਜਿਹੜੇ ਤੌਖਲੇ ਪੈਦਾ ਕੀਤੇ ਨਰਿੰਦਰ ਮੋਦੀ ਦੇ ਮਨ ਅੰਦਰ ਤੇ ਭਾਰਤੀ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ ਦਾ ਡਰ ਲੱਗਣ ਲੱਗਿਆ, ਉਹ ਸਾਰੇ ਨੂੰ ਦੂਰ ਕਰਨ ਦੇ ਲਈ ਤੇ ਆਪਣਾ ਬਰਤਾਂਤ ਸਿਰਜਣ ਦੇ ਲਈ ਉਹਨਾਂ ਨੇ ਪੂਰੇ ਤਾਣ ਲਾਇਆ। ਪਰ ਵਾਪਰਿਆ ਇਹ ਕਿ ਜੋ ਕੁਝ ਰਾਹੁਲ ਗਾਂਧੀ ਬਰਤਾਂਤ ਸਿਰਜਣਾ ਚਾਹੁੰਦੇ ਸੀ, ਉਹ ਬਰਤਾਂਤ ਲੋਕਾਂ ਤੱਕ, ਜ਼ਮੀਨ ਤੱਕ ਥੱਲੇ ਚਲੇ ਗਿਆ ਤੇ ਲੋਕ ਉਸ ਪਾਸੇ ਵੱਲ ਨੂੰ ਜੁੜਦੇ ਚਲੇ ਗਏ। ਕਿਉਂਕਿ ਦੋ ਤਰ੍ਹਾਂ ਦੀ ਜਿਹੜੀ ਧਾਰਾ ਹੈ, ਇੱਕ ਤਾਂ ਜਿਸ ਤਰ੍ਹਾਂ ਰਾਹੁਲ ਗਾਂਧੀ ਕਹਿ ਰਹੇ ਵਿਚਾਰਧਾਰਕ ਲੜਾਈ ਚੱਲ ਰਹੀ ਹੈ, ਔਰ ਦੂਸਰੇ ਪਾਸੇ ਜਿਹੜੀ ਇੱਕ ਪਾਸੇ ਨਫ਼ਰਤ ਦੀ ਜਿਹੜੀ ਲਹਿਰ ਚੱਲੀ ਹੋਈ ਹੈ, ਇੱਕ ਪਾਸੇ ਮੁਹੱਬਤ ਦਾ ਜਿਹੜਾ ਪਸਾਰ ਕਰਨ ਦੇ ਯਤਨ ਹੋ ਰਿਹਾ, ਆਈਡੀਆ ਆਫ ਇੰਡੀਆ ਦੀ ਗੱਲ ਹੈ, ਦੂਸਰੇ ਪਾਸੇ ਹਿੰਦੂਤਵਾ ਦੀ ਗੱਲ ਹੈ। ਤੇ ਇਹ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਣੀਪੁਰ ਉਸ ਤਰ੍ਹਾਂ ਹੀ ਚਲੇ ਜਾ ਰਿਹਾ, ਹਰਿਆਣਾ ਦੇ ਨੂੰਹ ਵਿੱਚ ਬਹੁਤ ਕੁਝ ਕਰਨ ਦਾ ਯਤਨ ਕੀਤਾ, ਔਰ ਜਿਹੜੀਆਂ ਹੁਣ ਰਿਪੋਰਟਾਂ ਸਾਹਮਣੇ ਆਈਆਂ, ਹਿੰਦੂਤਵਾ ਵਾਚ ਇੱਕ ਜਿਹੜੀ ਆਰਗੇਨਾਈਜੇਸ਼ਨ ਹੈ, ਉਸ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੈ, ਉਸ ਦੇ ਮੁਤਾਬਕ ਕਿ ਹੁਣ ਤੱਕ ਲਗਭਗ ਪਿਛਲੇ ਜਿਹੜੇ ਸਮਾਂ ਲੰਘਿਆ ਕਿ 255 ਦੇ ਕਰੀਬ ਅਜਿਹੇ ਕੇਸ ਹੈ ਜਿਹੜੇ ਕਿ ਨਫ਼ਰਤੀ ਭਾਸ਼ਣਾਂ ਨਾਲ ਸੰਬੰਧਿਤ ਹੈਗੇ ਆ, ਜਾਂ ਨਫ਼ਰਤ ਫੈਲਾਉਣ ਲਈ ਜਿਹੜੀਆਂ ਐਕਸ਼ਨ ਹੋਏ ਆ ਉਹਨਾਂ ਨਾਲ ਸੰਬੰਧਿਤ ਹੈਗੇ ਆ। ਉਹ ਸਾਰੇ ਕੇਸਾਂ ਤੋਂ ਦੇਖ ਕੇ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ RSS ਦੀਆਂ ਜਿਹੜੀਆਂ ਜਥੇਬੰਦੀਆਂ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਔਰ ਇਸ ਤਰ੍ਹਾਂ ਜਿਹੜਾ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਤੇ ਹੋਰ ਹਿੰਦੂ ਸੰਗਠਨ, ਕਿ ਉਹ ਕਿਸ ਤਰ੍ਹਾਂ ਇਹ ਸਾਰਾ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦਾ ਯਤਨ ਕਰ ਰਿਹਾ, ਜਿਹਦੇ ਵਿੱਚ ਕਿ ਇੱਕ ਖਾਸ ਜਿਹੜੀ ਹੈ ਵਰਗ, ਖਾਸ ਜਿਹੜਾ ਸਮਾਜਿਕ ਵਰਗ ਹੈ, ਉਸ ਦੀ ਪੋਲਰਾਈਜੇਸ਼ਨ, ਉਸ ਦੀ ਕਤਾਰਬੰਦੀ ਹੋ ਸਕੇ। ਇਹ ਸਾਰੀ ਸਥਿਤੀ ਦੇ ਵਿੱਚ ਰਾਹੁਲ ਗਾਂਧੀ ਵੱਖ-ਵੱਖ ਥਾਵਾਂ ਦੇ ਉੱਤੇ ਜਦੋਂ ਬੋਲਦੇ ਆ, ਚਾਹੇ ਉਹ ਔਰਤਾਂ ਦੇ ਰਾਖਵੇ ਕਰਨ ਦਾ ਮਾਮਲਾ ਹੋਵੇ, ਚਾਹੇ ਦੂਸਰੇ ਮਾਮਲੇ ਹੋਣ, ਤਾਂ ਉਹਨਾਂ ਦੀ ਪ੍ਰਾਥਮਿਕਤਾ ਇਸ ਗੱਲ ਤੇ ਹੈ ਕਿ ਹਿੰਦੁਸਤਾਨ ਦੇ ਅੰਦਰ ਉਨੀ ਦੇਰ ਤੱਕ ਕਿਸੇ ਨੂੰ ਸਹੀ ਪ੍ਰਤੀਨਿਧਤਾ ਤੇ ਸਹੀ ਹਿੱਸੇਦਾਰੀ ਜਿਹੜੀ ਹੈ ਉਹ ਨਹੀਂ ਮਿਲ ਸਕਦੀ, ਜਿੰਨੀ ਦੇਰ ਤੱਕ ਜਾਤੀ ਜਨਗਣਨਾ ਨਹੀਂ ਹੁੰਦੀ। ਤਾਂ ਹੁਣ ਖਾਸ ਕਰਕੇ ਔਰਤਾਂ ਦੇ ਰਾਖਵੇਂਕਰਨ ਦੇ ਮਾਮਲੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਹੈ ਕਿ ਉਸ ਦੇ ਵਿੱਚ ਵੀ ਜਿਹੜੀਆਂ OBC ਦੀ ਰਾਖਵਾਂਕਰਨ ਹੈ, ਉਸ ਦਾ ਕੋਈ ਜ਼ਿਕਰ ਨਹੀਂ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਅੰਦਰ ਨਰਿੰਦਰ ਮੋਦੀ ਆਪਣੇ ਆਪ ਨੂੰ OBC ਦੇ ਤੌਰ ਤੇ, ਪ੍ਰਤੀਨਿਧੀ ਦੇ ਤੌਰ ਤੇ ਪੇਸ਼ ਕਰਕੇ ਮੈਦਾਨ ਚ ਆਉਂਦੇ ਸੀ, ਉਹ ਵੀ ਉਹਨਾਂ ਦੇ ਹੱਥੋਂ ਜਿਹੜੀ ਗੱਲ ਹੈ ਖਿਸਕਦੀ ਲੱਗਦੀ ਹੈ। ਇਹ ਸਾਰੀ ਜਿਹੜੀ ਸਥਿਤੀ ਬਣੀ ਹੈ, ਇਸ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ, ਉੱਘੇ ਬੁੱਧੀਜੀਵੀ, ਉੱਘੇ ਰਾਜਸੀ ਚਿੰਤਕ ਤੇ ਖਾਸ ਕਰਕੇ ਕੌਮੀ ਰਾਜਨੀਤੀ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਸ ਦੇ ਬਾਰੇ ਉਹਨਾਂ ਦੀ ਕੀ ਰਾਏ ਹੈ ਤੇ ਉਹ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਕੌਮੀ ਰਾਜਨੀਤੀ ਦੀ ਆਉਣ ਵਾਲੇ ਸਮੇਂ ਦੇ ਅੰਦਰ ਦਸ਼ਾ ਤੇ ਦਿਸ਼ਾ
ਕੀ ਹੋਏਗੀ। ਚਾਨਣਾ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੀ ਜੰਡੂ ਸਾਹਿਬ। ਚਾਨਣਾ ਜੀ ਜੋ ਕੁਝ ਵਾਪਰ ਰਿਹਾ, ਇੱਕ ਪਾਸੇ ਜਿਹੜੀ ਚੋਣ ਮੁਹਿੰਮ ਹੈ ਇੰਡੀਆ ਗੱਠਜੋੜ ਦੀ, ਉਹ ਰਾਹੁਲ ਦੇ ਦੁਆਰਾ ਹੀ ਕੇਂਦਰਿਤ ਹੁੰਦੀ ਜਾ ਰਹੀ ਹੈ, ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਨਰਿੰਦਰ ਮੋਦੀ ਜਿੱਥੇ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਰਾਜਾਂ ਦੇ ਅੰਦਰ, ਉੱਥੇ ਵੀ ਉੱਥੋਂ ਦੀ ਜਿਹੜੀ ਸਥਾਨਕ ਲੀਡਰਸ਼ਿਪ ਹੈ, ਸੂਬਾਈ ਲੀਡਰਸ਼ਿਪ ਹੈ, ਉਸ ਨੂੰ ਪਾਸੇ ਕਰਕੇ ਇਸ ਗੱਲ ਤੇ ਜ਼ੋਰ ਲਾ ਰਿਹਾ ਕਿ ਉਹਨਾਂ ਦੇ ਚਿਹਰੇ ਦੇ ਉੱਤੇ ਹੀ ਉੱਥੇ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ। ਤਾਂ ਇਹ ਸਾਰੇ ਦੇ ਵਿੱਚ ਜੋ ਕੁਝ ਵਾਪਰ ਰਿਹਾ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਥੱਲੇ ਕੀ ਵਾਪਰ ਰਿਹਾ ਤੇ ਇੰਡੀਆ ਗੱਠਜੋੜ 'ਚ ਕੀ ਵਾਪਰ ਰਿਹਾ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜੰਡੂ ਸਾਹਿਬ, ਬਹੁਤ ਕੁਝ ਨਿਖਰ ਆਇਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ, ਤੇ ਬੜੇ ਕਨਫਿਊਜ਼ਨ ਸੀਗੇ, ਔਰ ਉਹਨਾਂ ਸਾਰਿਆਂ ਦਾ ਉੱਤਰ ਲਗਭਗ ਆ ਚੁੱਕਾ ਆ ਕਿ ਦੇਸ਼ ਦੇ ਵਿੱਚ ਕੀ ਹੋਣ ਜਾ ਰਿਹਾ। ਜਿਸ ਤਰ੍ਹਾਂ ਇਹ ਆ ਕਿ ਇੰਡੀਆ ਗੱਠਜੋੜ ਹੈ, ਅਸਲ ਦੇ ਵਿੱਚ ਤਾਕਤ ਇੰਡੀਆ ਗੱਠਜੋੜ ਬਣ ਗਿਆ ਹੋਇਆ ਔਰ ਤਕੜੀ ਤਾਕਤ ਬਣ ਗਿਆ ਹੋਇਆ। ਅਸੀਂ ਉਹਨੂੰ ਇਸ ਤਰ੍ਹਾਂ ਦਾ ਪੇਸ਼ ਕਰ ਸਕਦੇ ਹਾਂ ਕਿ ਰਾਹੁਲ ਗਾਂਧੀ ਦੀ ਉਹਦੇ ਵਿੱਚ ਵਿਸ਼ੇਸ਼ ਭੂਮਿਕਾ ਹੈ, ਲੇਕਿਨ ਰਾਹੁਲ ਗਾਂਧੀ ਦੇ ਪਿੱਛੇ ਲਾਮਬੰਦੀ ਹੋ ਰਹੀ ਆ। ਉਹ ਅਸਲ ਦੇ ਵਿੱਚ ਉਹ ਨਾ ਆਪ ਚਾਹੁੰਦਾ ਤੇ ਨਾ ਅਸਲ 'ਚ ਇਦਾਂ ਹੈ। ਇੰਡੀਆ ਗੱਠਜੋੜ ਦੇ ਵਿੱਚ ਜਿੰਨੀਆਂ ਵੀ ਤਾਕਤਾਂ ਇਕੱਠੀਆਂ ਹੋਈਆਂ, ਉਹਨਾਂ ਦੇ ਆਪਣੇ ਇੱਥੇ ਮੇਰਾ ਆਪਣੇ ਨਾਲ ਹੀ ਸਵਾਲ ਹੈ ਕਿ ਜੇ ਉਹ ਨਹੀਂ ਚਾਹੁੰਦਾ, ਉਸ ਦੇ ਬਾਵਜੂਦ ਇਹ ਸਾਰਾ ਕੁਝ ਹੋ ਰਿਹਾ। ਲੋਕ ਉਹ ਜੋ ਹੈ ਉਹ ਉਹਦੇ ਦੁਆਲੇ ਰੈਲੀ ਹੋ ਰਿਹਾ, ਬੇਸ਼ੱਕ ਉਹ ਨਹੀਂ ਚਾਹ ਰਿਹਾ। ਜੀ ਜੀ ਹਾਂ, ਉਹ ਉਸ ਪਾਸੇ ਆਪਾਂ ਆਉਂਦੇ ਹਾਂ ਜੀ ਕਿ ਇਹ ਕਿਉਂ ਹੋ ਰਿਹਾ। ਲੇਕਿਨ ਇਹ ਆ ਕਿ ਜਿਹੜਾ ਇੱਕ ਫੋਰਸ ਦੇ ਤੌਰ ਤੇ ਉਭਰੀ ਆ, ਰਾਜਨੀਤਿਕ ਸ਼ਕਤੀ ਦੇ ਤੌਰ ਤੇ, ਜਿਹੜੀ ਪਹਿਲਾਂ ਮਿਸਿੰਗ ਸੀ, ਜਿਹਦੀ ਕੋਈ ਹੋਂਦ ਹੀ ਨਹੀਂ ਸੀ। ਜਦੋਂ ਆਪਾਂ ਇਹ ਦੇਖਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਜਾਂ ਉਹਦੇ ਆਗੂ ਨਰਿੰਦਰ ਮੋਦੀ ਦੇ ਮੁਕਾਬਲੇ ਦੇ ਵਿੱਚ ਕੀ ਆ, ਇੱਕ ਸਮਾਂ ਸੀ, ਬਹੁਤ ਪੁਰਾਣੀ ਗੱਲ ਨਹੀਂ ਹੋਈ, ਜਦੋਂ ਲੱਗਦਾ ਸੀਗਾ ਕਿ ਕੋਈ ਹੋਂਦ ਹੀ ਨਹੀਂ ਹੈਗੀ। ਔਰ ਉਹਦੇ ਵਿੱਚ ਜੋ ਕੁਝ ਵੀ ਵਾਪਰਿਆ ਆ, ਉਹਦੇ ਵਿੱਚ ਪਾਲਿਸੀਆਂ ਦਾ ਵੀ ਇੱਕ ਸਵਾਲ ਹੈ, ਤੇ ਉਹਨਾਂ ਨੂੰ ਇਕੱਠੇ ਕਰਨ ਦੇ ਜਿਹੜੇ ਐਕਸ਼ਨ ਤੇ ਤਰੀਕਾ ਤੇ ਵਿਧੀ ਅਖਤਿਆਰ ਕੀਤੀ ਗਈ ਆ, ਉਹਦਾ ਵੀ ਬੜਾ ਵੱਡਾ ਰੋਲ ਹੈਗਾ। ਹੁਣ ਉਹਦੇ ਮੁਕਾਬਲੇ ਦੇ ਵਿੱਚ ਇੰਡੀਆ ਗਰੁੱਪ ਹੈ ਜਿਹੜਾ, ਜਾਂ ਇੰਡੀਆ ਦੇ ਵਿੱਚ ਜਿਹੜੀਆਂ ਪਾਰਟੀਆਂ ਇਕੱਠੀਆਂ ਗੱਠਜੋੜ ਹੈ, ਉਹਦੀ ਸਟਰੈਂਥ ਇੰਨੀ ਤੇਜ਼ੀ ਦੇ ਨਾਲ ਵਧੀ ਹੈ ਔਰ ਕੰਸੋਲੀਡੇਟ ਹੋਈ ਹੈ, ਉਹ ਵੀ ਜਿਹੜਾ ਨਾ ਨਾਰਮਲ ਨਹੀਂ ਹੈ, ਆਮ ਨਹੀਂ ਹੈ। ਉਹਦੇ ਵਿੱਚ ਰਾਹੁਲ ਗਾਂਧੀ ਨੇ ਜਿੱਦਾਂ ਇਨੀਸ਼ੀਏਟਿਵ ਲੈ ਕੇ ਲੋਕਾਂ ਦੀ, ਜਿਹਨੂੰ ਅਸੀਂ ਮਾਸ ਮੋਬਿਲਾਈਜੇਸ਼ਨ ਕਹਿੰਦੇ ਆ, ਉਹ ਇਨੀਸ਼ੀਏਟਿਵ ਜਿਹੜਾ ਨਾ ਰਾਹੁਲ ਗਾਂਧੀ ਦਾ ਸੀ। ਦੂਸਰਾ ਇਹ ਆ ਕਿ ਜਿਹੜਾ ਉਹਦਾ ਨਿਸ਼ਾਨਾ ਰਿਹਾ, ਜਿੱਦਾਂ ਵੀ ਉਹ ਪੇਸ਼ ਕਰਦਾ ਰਿਹਾ, ਉਹ ਅੱਜ ਵੀ ਤੁਸੀਂ ਸੁਣ ਲਓ, ਉਹ ਗੱਲ ਹੀ ਆਪਣੀ ਇੱਥੋਂ ਸ਼ੁਰੂ ਕਰਦਾ ਕਿ ਲੜਾਈ ਵਿਚਾਰਧਾਰਾ ਦੀ ਹੈ, ਔਰ ਉਹ ਵਿਚਾਰਧਾਰਾ ਦੀ ਵਜ੍ਹਾ ਕਰਕੇ ਹੀ ਸਾਰਾ ਇਹ ਪਿਛਲੇ 10 ਸਾਲਾਂ ਦੇ ਜੋ ਕੁਝ ਵਾਪਰਿਆ ਨਾ, ਉਹਦਾ ਕਾਰਨ ਹੈ ਕਿ ਜੋ ਵੀ ਲੋਕਾਂ ਨੇ ਰੱਦ ਕੀਤਾ ਜਾਂ ਰੱਦ ਕਰਨ ਜਾ ਰਹੇ ਆ, ਉਹ ਵਿਚਾਰਧਾਰਾ ਹੀ ਉਹਦੇ ਪਿੱਛੇ ਕੰਮ ਕਰਦੀ ਹੈ। ਤਾਂ ਉਹਨੇ ਬੜਾ ਇੱਕ ਸ਼ਬਦ, ਇੱਕ ਸੈਂਟੈਂਸ ਦੇ ਵਿੱਚ ਇਹਨੂੰ ਉਹ ਸਫਲ ਹੋ ਗਿਆ, ਰਾਹੁਲ ਗਾਂਧੀ ਸਫਲ ਹੋ ਗਿਆ ਕਿ ਇਸ ਦੇਸ਼ ਦੇ ਵਿੱਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਆ, ਔਰ ਉਹ ਵਿਚਾਰਧਾਰਾ ਦੀ ਵਜ੍ਹਾ ਕਰਕੇ ਹੀ ਜਿਹੜਾ ਇਹ ਮੋਨੋਪੋਲੀ ਸੈਕਸ਼ਨ ਜਾਂ ਇਹ ਕਾਰਪੋਰੇਟ ਸੈਕਟਰ, ਜਾਂ ਉਹਨਾਂ ਦੇ ਵਿੱਚ ਵੀ 2-3 ਬੰਦੇ ਜਿਹੜੇ ਵੱਡੇ ਹੋਏ ਆ, ਉਹ ਵਿਚਾਰਧਾਰਾ ਦੀ ਵਜ੍ਹਾ ਕਰਕੇ ਹੀ ਹੋਏ ਆ। ਔਰ ਬੜਾ ਨਿਖਾਰ ਆ ਗਿਆ ਹੋਇਆ ਕਿ ਇੱਕ ਪਾਸੇ ਇੱਕ ਵਿਚਾਰਧਾਰਾ ਹੈ, ਦੂਸਰੇ ਪਾਸੇ ਦੂਸਰੇ ਵਿਚਾਰਧਾਰਾ ਹੈ। ਇਹ ਦੇਣ ਹੈ ਰਾਹੁਲ ਗਾਂਧੀ ਦੀ। ਔਰ ਦੂਸਰਾ ਹੈ ਕਿ ਮਾਸ ਮੋਬਿਲਾਈਜੇਸ਼ਨ ਜਿਹੜੀ ਹੈ ਨਾ, ਉਹ ਦੇਣ ਹੈ ਰਾਹੁਲ ਗਾਂਧੀ ਦੀ। ਲੇਕਿਨ ਦੂਜੇ ਪਾਸੇ ਯੂਨਾਈਟ ਕਰਨਾ, ਜਿਹੜਾ ਇੰਨੀਆਂ ਸ਼ਕਤੀਆਂ ਨੂੰ ਇੱਕ ਜਗ੍ਹਾ ਤੇ ਲੈ ਕੇ ਆਉਣਾ, ਉਹਦਾ ਜਿਹੜਾ ਇਨੀਸ਼ੀਏਟਿਵ ਲਿਆ ਸੀਗਾ, ਉਹ ਸੀ ਨਤੀਸ਼ ਕੁਮਾਰ ਦਾ। ਔਰ ਨਤੀਸ਼ ਕੁਮਾਰ ਨੂੰ ਹੁਣ ਵੀ ਜਿਹੜਾ ਨਾ, ਉਹ ਇੱਕ ਪ੍ਰੋਮੀਨੈਂਟ ਫਿਗਰ ਹੈ ਉਸ ਗੱਠਜੋੜ ਦੇ ਵਿੱਚ, ਜਿਹੜਾ ਆਪ ਜਾਣ ਬੁੱਝ ਕੇ ਤਾਂ ਇਹ ਹੈਗਾ ਕਿ ਵੀ ਮੈਂ ਪਿੱਛੇ ਰਹਿਣਾ ਚਾਹੁੰਦਾ, ਪਿੱਛੇ ਆ, ਲੇਕਿਨ ਉਹਦੇ ਜਿਹੜੇ ਰੂਹੇ ਰਵਾਂ ਹੈ ਗੱਠਜੋੜ ਨੂੰ ਕਾਇਮ ਕਰਨ ਦੇ ਵਿੱਚ ਤੇ ਕਾਇਮ ਰੱਖਣ ਦੇ ਵਿੱਚ। ਇਸ ਕਰਕੇ ਇਹ ਦੋ ਹਸਤੀਆਂ ਜਿਹੜੀਆਂ ਰਾਜਨੀਤੀ ਦੇ ਵਿੱਚ ਉੱਭਰ ਕੇ ਸਾਹਮਣੇ ਆਈਆਂ, ਨਤੀਸ਼ ਕੁਮਾਰ ਅਤੇ ਰਾਹੁਲ ਗਾਂਧੀ। ਔਰ ਜਿਹੜੀ ਮੋਬਿਲਾਈਜੇਸ਼ਨ ਜਾਂ ਕੰਸੋਲੀਡੇਸ਼ਨ ਹੋਈ ਆ, ਉਹ ਦੋਵੇਂ ਐਕਸ਼ਨ ਜਿਹੜੇ ਰਾਹੁਲ ਗਾਂਧੀ ਦੇ, ਚਾਹੇ ਉਹ ਲੋਕਾਂ ਨੂੰ
ਉਭਾਰ ਲਿਆਉਣ ਦੇ ਵਿੱਚ ਜਾਂ ਉਹਨੂੰ ਵਿਚਾਰਧਾਰਕ ਤੌਰ ਦੇ ਉੱਤੇ ਉਹਨੂੰ ਉਭਾਰਨ ਦੇ ਵਿੱਚ ਕਿ ਲੜਾਈ ਕਾਹਦੀ ਆ, ਉਹ ਧੜੇਬੰਦੀ ਤੋਂ ਜਾਣੀ ਤੰਗ ਨਜ਼ਰੀ ਤੋਂ ਉਠਾ ਕੇ ਇੱਕ ਸਿਧਾਂਤਕ ਲੜਾਈ ਦੇ ਤੌਰ ਤੇ ਬਣਾ ਦੇਣਾ ਜਿਹੜਾ ਨਾ, ਉਹ ਇਸ ਕਰਕੇ ਰਾਹੁਲ ਗਾਂਧੀ ਜਿਹੜੇ ਸਾਨੂੰ ਫਿਰ ਲੱਗਦਾ ਕਿ ਜੀ ਸਾਰੀ ਸਟਰੈਂਥ ਜਿਹੜੀ ਰਾਹੁਲ ਗਾਂਧੀ। ਦੂਜਾ ਇਹ ਆ ਕਿ ਲੋਕ ਇਹ ਮਨੋਂ ਇਹ ਸਮਝਣ ਲੱਗ ਪਏ ਆ ਜਾਂ ਦੇਖਦੇ ਆ। ਹੁਣ ਆ ਥੋੜੇ ਦਿਨ ਪਹਿਲਾਂ ਜਿੱਦਾਂ YouTube ਦੇ ਉੱਤੇ ਜਾਂ Facebook ਆਪਣਾ ਇੱਕ ਪੇਜ ਕ੍ਰੀਏਟ ਕਰਨਾ ਪੈ ਗਿਆ ਪ੍ਰਧਾਨ ਮੰਤਰੀ ਨੂੰ। ਉਹਦਾ ਹੁਣ ਮਤਲਬ ਇਹ ਨਿਕਲਦਾ ਕਿ ਜ਼ੋਰ ਲਾ ਲਿਆ ਪੂਰਾ ਗੋਦੀ ਮੀਡੀਆ ਨੇ ਵਨ ਸਾਈਡ ਰੱਖਣ ਦਾ, ਲੇਕਿਨ ਉਹ ਰਿਹਾ ਨਹੀਂ ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ। ਹੁਣ ਸੋਸ਼ਲ ਮੀਡੀਆ ਜਿਹੜਾ ਉਹਦੇ ਤੇ ਲੋਕਾਂ ਦਾ ਭਰੋਸਾ ਵੱਜ ਗਿਆ। ਜਿਹੜਾ ਗੋਦੀ ਮੀਡੀਆ ਹੈਗਾ ਉਹਦੀ ਹਰ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਏ ਦੇਸ਼ ਦੇ ਲੋਕ। ਉਸ ਜਦੋਂ ਅਸੀਂ ਖਾਕੇ ਨੂੰ ਦੇਖਦੇ ਹਾਂ ਤਾਂ ਰਾਹੁਲ ਗਾਂਧੀ ਨੂੰ ਫੋਲੋ ਕਰਨ ਵਾਲੇ ਤੇ ਮੋਦੀ ਸਾਹਿਬ ਨੂੰ ਫੋਲੋ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈਗਾ। ਜੇ ਉਹ ਰਾਹੁਲ ਗਾਂਧੀ ਦੇ ਜਣੀ ਫੋਲੋਅਰ ਜਿਹੜੇ ਨਾ ਕੋਈ ਇੱਕ ਪੋਸਟ ਪਾਏ ਜਿਹਦੇ ਚ ਉਹਨੂੰ ਟੈਗ ਕੀਤੀਆਂ ਹੁੰਦੀਆਂ, ਔਰ ਉਹਦੇ ਵਿੱਚ ਜਿਹੜਾ ਨਾ ਰਾਹੁਲ ਗਾਂਧੀ ਦਾ 5-5 6-6 ਲੱਖ ਤੇ ਪਹੁੰਚਣਾ ਮੁਕਾਬਲਤਨ ਜਿਹੜਾ ਨਾ ਉਹ ਮੋਦੀ ਸਾਹਿਬ ਦਾ ਕਈ ਵਾਰੀ ਲੱਖ ਤੋਂ ਵੀ ਹੇਠਾਂ ਰਹਿ ਗਿਆ ਹੁੰਦਾ। ਔਰ ਇਹ ਇੱਕ ਪਪੂਲੈਰਿਟੀ ਜਿਹੜੀ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਆ, ਉਹਦਾ ਵੀ ਇੱਕ ਸਬੂਤ ਹੈਗਾ। ਔਰ ਹੁਣ ਉਹ ਇਹ ਇੱਕ ਪ੍ਰਧਾਨ ਮੰਤਰੀ ਕਿ ਮੇਰੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਟੱਲੀ ਦਬਾਓ, ਪੱਤਰਕਾਰਾਂ ਦੇ ਲੈਵਲ ਤੇ ਅਪੀਲ ਕੀਤੀ ਹਨਾ, ਹਾਂ ਅਪੀਲ ਕਰਨੀ। ਹੁਣ ਉਹ ਜਿਹੜਾ ਚੈਨਲ ਸੀ ਨਾ ਕਿ ਮਨ ਕੀ ਬਾਤ ਕਰਨ ਦਾ, ਉਹਦਾ ਤਾਂ ਸਿੱਧਾ ਫੰਡਾ ਸੀਗਾ ਕਿ ਜਿਹੜੀਆਂ ਥੱਲੇ ਤੱਕ ਆਰਗੇਨਾਈਜੇਸ਼ਨਾਂ ਜਿਹਨਾਂ ਦੀ ਡਿਊਟੀ ਲਾ ਦਿਓ ਤੇ ਉਹ ਸੁਣਨਗੇ ਤਾਂ ਸਕੂਲਾਂ ਵਿੱਚ ਤੱਕ ਡਾਇਰੈਕਸ਼ਨਸ ਭੇਜ ਦਿਓ। ਹੁਣ ਜਿਹੜੇ ਸਬਸਕ੍ਰਾਈਬਰ ਆ ਉਹਨੂੰ ਤਾਂ ਫੋਰਸ ਨਹੀਂ ਨਾ ਕੀਤਾ ਜਾ ਸਕਦਾ, ਕਿਹਾ ਜਾ ਸਕਦਾ, ਅਪੀਲ ਕੀਤੀ ਜਾ ਸਕਦੀ ਆ। ਸਾਰੀ ਪਾਰਟੀ ਸਾਰੀ ਜਥੇਬੰਦੀ ਲਾ ਦਿੱਤੀ ਹੋਊਗੀ ਇਸ ਪਾਸੇ। ਹੁਣ ਇਹਦੇ ਨਾਲ ਕੀ ਹੋਊਗਾ, ਜਦੋਂ ਉਹ ਨਾ ਹੀ ਵਧੀ ਜਾਂ ਉਹ ਜੰਪ ਇੰਨਾ ਵੱਡਾ ਨਾ ਆ ਸਕਿਆ ਤਾਂ ਪਹਿਲਾਂ ਹੀ ਐਕਸਪੋਜ਼ਰ ਹੋ ਜਾਣਾ ਕਿ ਫੋਲੋ ਕਰਨ ਵਾਲੇ ਹੈ ਕਿੰਨੇ ਇਸ ਦੇਸ਼ ਦੇ ਵਿੱਚ, ਉਹਨਾਂ ਨੂੰ ਚਾਹਣ ਵਾਲੇ ਹੈ ਕਿੰਨੇ। ਜਦੋਂ ਆਪਾਂ ਕੰਪੈਰੀਜ਼ਨ ਕਰਦੇ ਆ ਤਾਂ ਫਿਰ ਉੱਭਰਦਾ ਰਾਹੁਲ ਗਾਂਧੀ ਕਿ ਇੱਕ ਰਾਹੁਲ ਗਾਂਧੀ ਨੇ ਭਰੋਸਾ ਜਿੱਤਣ ਦੇ ਵਿੱਚ, ਲੋਕਾਂ ਦਾ ਭਰੋਸਾ ਜਿੱਤਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਔਰ ਉਹ ਕੰਪੈਰੇਟਿਵਲੀ ਇੱਕ ਜ਼ਿਆਦਾ ਪਪੂਲਰ ਲੀਡਰ ਦੇ ਤੌਰ ਤੇ ਜਿਹੜਾ ਨਾ ਉਹ ਉੱਭਰਿਆ ਹੈ। ਬਹੁਤ ਸਾਰੇ ਹੋਰ ਜੰਡੂ ਸਾਹਿਬ ਜਿਹੜੇ ਫੈਕਟਰ ਕੰਮ ਕਰ ਰਹੇ ਨੇ ਤੇ ਪਿਛਲੇ ਪਾਸੇ, ਜਦੋਂ ਆਪਾਂ ਇਹ ਬਰੀਕੀ ਦੇ ਨਾਲ ਦੇਖਦੇ ਹਾਂ ਕਿ ਜਿਹੜਾ ਉਹ ਪਹਿਲਾਂ ਵਾਲਾ ਸੀ ਨਾ ਕਿ ਵੀ ਸ਼ਾਇਦ ਏਦਾਂ ਦਾ ਕੋਈ ਯੋਜਨਾਬੰਦੀ ਹੈ ਕਿ ਨੈਸ਼ਨਲ ਚੋਣਾਂ ਤੇ ਸੂਬਾਈ ਚੋਣਾਂ ਜਿਹੜੀਆਂ ਉਹ ਇੱਕ ਹੋਣਗੀਆਂ, ਉਹਨਾਂ ਦਾ ਤਾਂ ਇੱਕਦਮ ਫੈਸਲਾ ਹੋ ਗਿਆ। ਜਦੋਂ ਹੁਣ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਦਿੱਲੀ ਤੋਂ ਮੰਤਰੀ ਤੇ MP ਲਿਜਾ ਕੇ ਉਤਾਰੇ ਆ ਤਾਂ ਉਹ ਤੋਂ ਨਿਸ਼ਚਿਤ ਹੋ ਗਿਆ ਕਿ ਜੀ ਸੂਬਿਆਂ ਦੀਆਂ ਚੋਣਾਂ ਅਲੱਗ ਤੋਂ ਪਹਿਲਾਂ ਹੋ ਰਹੀਆਂ, ਅੱਗੇ ਕੋਸ਼ਿਸ਼ ਕੀਤੀ ਜਾਏ ਕਿ ਜਿੱਤਾਂਗੇ। ਇੱਥੇ ਮੇਰਾ ਸਵਾਲ ਹੈ ਕਿ ਜਿਸ ਢੰਗ ਦੇ ਨਾਲ ਨਰਿੰਦਰ ਮੋਦੀ ਹੋਣਾ ਨੇ ਪਹਿਲੇ ਜਿਹੜੇ 2014 ਤੋਂ ਬਾਅਦ ਜਿੰਨੇ ਵੀ ਇਲੈਕਸ਼ਨ ਹੋਏ ਤੇ ਮੋਦੀ ਸ਼ਾਹ ਦੀ ਜੋੜੀ ਨੇ ਜਿਸ ਤਰ੍ਹਾਂ ਫੈਸਲੇ ਕੀਤੇ, ਉਹਨਾਂ ਨੂੰ ਪ੍ਰਵਾਨ ਕੀਤਾ ਜਾਂਦਾ ਰਿਹਾ ਥੱਲੇ ਪਾਰਟੀ 'ਚ ਵੀ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਮੋਦੀ ਜਿਸ ਢੰਗ ਨਾਲ ਅੜੀ ਕਰਦੇ ਆ, ਜਿਸ ਢੰਗ ਨਾਲ ਜਿੱਦ ਕਰਦੇ ਆ ਕਿ ਮੈਂ ਆਹੀ ਕਰਨਾ, ਤਾਂ ਉਸ ਦੇ ਖਿਲਾਫ ਹਰ ਸੂਬੇ ਦੇ ਅੰਦਰ ਬਗਾਵਤ ਹੋ ਰਹੀ ਹੈ। ਉਸੇ ਬਗਾਵਤ ਦੇ ਕਾਰਨ ਹਿਮਾਚਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਗਿਆ, ਉਸੇ ਬਗਾਵਤ ਦੇ ਕਾਰਨ ਤੇ ਜੋ ਇਹਨਾਂ ਦੀਆਂ ਨੀਤੀਆਂ ਸੀ ਉਹਦੇ ਕਾਰਨ ਕਰਨਾਟਕ ਹੱਥੋਂ ਗਿਆ, ਤੇ ਉਹੀ ਸਥਿਤੀ ਹੁਣ ਮੱਧ ਪ੍ਰਦੇਸ਼ ਵਿੱਚ ਬਣੀ ਹੋਈ ਹੈ, ਰਾਜਸਥਾਨ 'ਚ ਬਣੀ ਹੋਈ ਹੈ, ਛੱਤੀਸਗੜ੍ਹ 'ਚ ਬਣੀ ਹੋਈ ਹੈ, ਮਹਾਰਾਸ਼ਟਰ 'ਚ ਬਣੀ ਹੋਈ ਹੈ। ਤੇ ਤੁਹਾਡੀ ਇਹਦੇ ਬਾਰੇ ਕੀ ਰਾਏ? ਦੇਖੋ ਅਸੀਂ ਜਦੋਂ 2014 ਤੋਂ ਸ਼ੁਰੂ ਕਰਦੇ ਹਾਂ ਨਾ, ਜਿਹੜੇ ਮੁੱਢਲੇ ਸਾਲ ਸੀਗੇ ਜਾਂ ਉਹ ਸਾਰੀ ਟਰਮ ਨੂੰ ਹੀ ਤੁਸੀਂ ਲੈ ਲਓ, ਇਹ ਰਿਐਲਿਟੀ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਗੱਲ ਦੇ ਵਿੱਚ ਸਫਲ ਰਹੀ ਕਿ ਉਹਨੇ ਆਪਣਾ ਐਸਾ ਚਿਹਰਾ ਪੇਸ਼ ਕੀਤਾ ਸੀ ਜਿਹਨੂੰ ਇੱਥੋਂ ਤੱਕ ਕਿ ਜਿਹੜੇ ਉਹਦੇ ਮੁਕਾਬਲੇ ਦੇ ਲੀਡਰ ਵੀ ਸੀ ਨਾ, ਉਹ ਵੀ ਭਗਵਾਨ ਕਹਿ ਕੇ, ਭਗਵਾਨ ਦਾ ਰੂਪ ਕਹਿ ਕੇ, ਯਾਨੀ ਇੱਕ ਪਹਿਲੇ ਮੁੱਢਲੇ ਸਾਲਾਂ ਦੇ ਵਿੱਚ ਐਸੀ ਸਥਿਤੀ ਕਾਮਯਾਬ ਉਹ ਹੋ ਗਿਆ ਸੀ, ਸਥਿਤੀ ਕ੍ਰੀਏਟ ਕਰਨ ਦੇ ਵਿੱਚ ਕਾਮਯਾਬ ਕਿ ਵੀ ਫੇਸ ਹੈ ਜਿਹੜਾ ਨਰਿੰਦਰ ਮੋਦੀ ਦਾ, ਉਹਨੂੰ ਦਿਖਾ ਕੇ ਚੋਣਾਂ ਨੂੰ ਜਿੱਤਿਆ ਜਾ ਸਕਦਾ। ਇਹਦਾ ਰਿਜ਼ਲਟ ਬੜਾ ਕਲੀਅਰ ਸੀ। ਲੇਕਿਨ ਜਿਸ ਤਰ੍ਹਾਂ ਡਿਕਲਾਈਨ ਆਇਆ, ਉਹ ਡਿਕਲਾਈਨ ਨੂੰ ਪਛਾਣਨ ਨੂੰ ਮੋਦੀ ਸਾਹਿਬ ਤਿਆਰ ਨਹੀਂ ਹੈ। ਉਹ ਸਮਝਦੇ ਆ ਕਿ ਅਜੇ ਵੀ ਮੈਂ ਐਜ਼ ਏ ਮੋਦੀ
ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾਂ ਭਾਰਤੀ ਜਨਤਾ ਪਾਰਟੀ ਦਾ ਲੀਡਰ ਦੇ ਤੌਰ ਦੇ ਉੱਤੇ ਮੈਂ ਹੀ ਹਾਂ ਜਿਹੜਾ ਅਟਰੈਕਟ ਕਰ ਸਕਦਾ, ਜਦੋਂ ਕਿ ਰਿਐਲਿਟੀ ਇਹ ਨਹੀਂ ਹੈ। ਔਰ ਇਸੇ ਵਜ੍ਹਾ ਕਰਕੇ ਉਹ ਕਿਸੇ ਹੋਰ ਨੂੰ, ਕਿਸੇ ਨੂੰ ਵੀ ਪੋਪੂਲਰ ਹੁੰਦਾ ਜਾਂ ਪ੍ਰੋਜੈਕਟ ਹੁੰਦਾ ਸਹਿਣ ਨਹੀਂ ਕਰ ਸਕਦੇ, ਜਿਹਦਾ ਪ੍ਰਗਟਾਵਾ ਜਾ ਕੇ ਨਾ ਹੁਣ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਆ ਕਿ ਉੱਥੋਂ ਸ਼ਿਵਰਾਜ ਸਿੰਘ ਪਾਟਿਲ ਜਿਹੜਾ ਚੌਹਾਨ ਹੈ ਉਸ ਨੂੰ ਡਾਊਨ ਕਰਨ ਦੇ ਲਈ, ਹਾਲਾਂਕਿ ਜਦੋਂ ਆਪਾਂ 2014 ਜਾਂ 2012 ਤੱਕ ਉੱਥੋਂ ਦੇਖਣਾ ਸ਼ੁਰੂ ਕਰਦੇ ਆ ਨਾ, ਤੇ ਸ਼ਿਵਰਾਜ ਚੌਹਾਨ ਜਿਹੜਾ ਨਾ ਉਹ ਮੋਦੀ ਸਾਹਿਬ ਦੇ ਨਾਲੋਂ ਕਿਤੇ ਜ਼ਿਆਦਾ ਪੋਪੂਲਰ ਤੇ ਜ਼ਿਆਦਾ ਵੱਡਾ ਇੱਕ ਮੁੱਖ ਮੰਤਰੀ ਨਜ਼ਰ ਆਉਂਦਾ ਸੀਗਾ, ਜਿਹੜਾ ਲੰਬਾ ਸਮਾਂ 17 ਸਾਲ ਲਗਾਤਾਰ ਔਰ ਮੋਦੀ ਸਾਹਿਬ ਨਾਲੋਂ ਵੀ ਜ਼ਿਆਦਾ। ਲੇਕਿਨ ਜਦੋਂ ਚਾਹਨਾ ਤੁਹਾਨੂੰ ਯਾਦ ਹੋਏਗਾ ਲਾਲ ਕ੍ਰਿਸ਼ਨ ਅਡਵਾਨੀ ਨੇ ਇੱਕ ਵਾਰੀ ਇਹਨਾਂ ਦੇ ਬਾਰੇ ਵੀ ਕਿਹਾ ਸੀਗਾ, ਸ਼ਿਵ ਕੁਮਾਰ ਚੌਹਾਨ ਦੇ ਬਾਰੇ ਵੀ, ਕਿ ਇਹ ਵੀ ਪ੍ਰਧਾਨ ਮੰਤਰੀ ਲਈ ਉਮੀਦਵਾਰ ਹੋ ਸਕਦੇ ਆ। ਨਹੀਂ, ਉਹ ਜਨਰਲ ਸਾਹਿਬ ਸੀ ਜਦੋਂ ਇਹ ਡਿਸਾਈਡ ਨਹੀਂ ਹੋਇਆ ਸੀ ਜਾਂ ਨਿਸ਼ਚਿਤ ਨਹੀਂ ਹੋ ਗਿਆ ਸੀ ਕਿ ਕੌਣ ਚਾਹੀਦਾ ਪ੍ਰਧਾਨ ਮੰਤਰੀ, ਉਦੋਂ ਤੱਕ ਉਹ ਪ੍ਰਧਾਨ ਮੰਤਰੀ ਦਾ ਇੱਕ ਯੋਗ ਕੈਂਡੀਡੇਟ ਸਮਝਿਆ ਜਾਂਦਾ ਸੀ। ਸਫਲਤਾ ਦੇ ਨਾਲ ਮੁੱਖ ਮੰਤਰੀ ਦੀ ਆਪਣੀ ਉਹ ਅਹੁਦੇਦਾਰੀ ਨੂੰ ਨਿਭਾ ਰਿਹਾ ਸੀਗਾ। ਲੇਕਿਨ ਜਿਸ ਤਰ੍ਹਾਂ ਲਾਮਬੰਦੀ ਕਾਰਪੋਰੇਟ ਸੈਕਟਰ ਦੀ ਮੋਦੀ ਸਾਹਿਬ ਦੇ ਮਗਰ ਹੋਈ, ਉਹਨੇ ਸਾਰਾ ਬੈਲੈਂਸ ਬਦਲ ਕੇ ਰੱਖ ਦਿੱਤਾ। ਜਦੋਂ ਇਹ ਡਿਸਾਈਡ ਹੀ ਹੋ ਗਿਆ ਕਿ ਹੁਣ ਮੋਦੀ ਸਾਹਿਬ ਨੇ ਹੀ ਪ੍ਰਧਾਨ ਮੰਤਰੀ ਬਣਨਾ ਜੇ ਪਾਰਟੀ ਜਿੱਤ ਜਾਊਗੀ, ਤਾਂ ਫਿਰ ਚੌਹਾਨ ਸਾਹਿਬ ਨੇ, ਸ਼ਿਵਰਾਜ ਚੌਹਾਨ ਨੇ ਜਿਹੜਾ ਨਾ ਉਹ ਸਰੈਂਡਰ ਕਰ ਦਿੱਤਾ। ਔਰ ਇਹੀ ਸੀ ਕਹਿਣ ਵਾਲਾ ਵੀ ਕਿ ਭਗਵਾਨ ਦਾ ਰੂਪ ਹੈ, ਹਨਾ। ਯਾਨੀ ਕੰਪੀਟੀਸ਼ਨ 'ਚ ਰਹਿ ਕੇ, ਔਰ ਇਹ ਆਸਾਨੀ ਦੇ ਨਾਲ ਇਦਾਂ ਫੈਸਲਾ ਨਹੀਂ ਹੋਇਆ, ਦਬਾਅ ਦੇ ਨਾਲ ਹੋਇਆ ਸੀ। ਕਿਹਦੇ ਦਬਾਅ ਨਾਲ ਹੋਇਆ ਸੀਗਾ? ਕਾਰਪੋਰੇਟ ਸੈਕਟਰ ਦੇ ਦਬਾਅ ਦੇ ਨਾਲ ਹੋਇਆ ਸੀਗਾ ਕਿ ਉਹਨਾਂ ਨੂੰ ਜੋ ਗੁਜਰਾਤ ਦੇ ਵਿੱਚ ਸਹੂਲਤਾਂ ਜਿਸ ਤਰ੍ਹਾਂ ਦੀਆਂ ਖੁੱਲ੍ਹ ਦਿੱਤੀ ਗਈ ਸੀ, ਉਹ ਸਾਨੂੰ ਸਾਰੇ ਦੇਸ਼ ਦੇ ਵਿੱਚ ਜਿਹੜੇ ਨਾ ਮਿਲਦੇ, ਔਰ ਉਹ ਠੀਕ ਵੀ ਨਿਕਲੇ। ਔਰ ਉਹਨਾਂ ਨੂੰ ਉਹ ਸਾਰੀਆਂ ਖੁੱਲ੍ਹਾਂ ਮਿਲੀਆਂ ਜਿਹਦੇ ਵਿੱਚੋਂ ਅਡਾਨੀ ਅੰਬਾਨੀ ਜਿਹੜੇ ਨਾ ਉਭਰ ਕੇ ਸਾਹਮਣੇ ਆਏ, ਔਰ ਦੇਸ਼ ਦਾ ਸਾਰਾ ਧਨ ਜਿਹੜਾ ਨਾ ਆਪਣੇ ਪੱਲੇ ਪਾਉਣ ਦੇ ਜਿਹੜਾ ਨਾ ਕਾਮਯਾਬ। ਸੋ ਇਸ ਕਰਕੇ ਹੁਣ ਜਿਹੜੀ ਨਾ ਹਾਲਾਤ ਬਦਲੇ ਆ, ਉਹ ਹਾਲਾਤ ਨੂੰ ਰੈਕੋਗਨਾਈਜ਼ ਕਰਨ ਦੇ ਲਈ ਤਿਆਰ ਨਹੀਂ ਹੈ ਮੋਦੀ ਸ਼ਾਹ ਦੀ ਟੀਮ। ਔਰ ਇਹ ਕਿੱਥੋਂ ਕਿਸ ਗੱਲ ਦੇ ਉੱਤੋਂ ਜਿਹੜਾ ਨਾ ਇਹ ਰਫੜ ਖੜਾ ਹੋਇਆ ਮੱਧ ਪ੍ਰਦੇਸ਼ ਦੇ ਵਿੱਚ, ਬਗਾਵਤ ਕਿਉਂ ਉੱਥੇ ਉੱਭਰ ਰਹੀ ਆ? ਕਿਉਂਕਿ ਉੱਥੋਂ ਦੇ ਮੁੱਖ ਮੰਤਰੀ ਨੇ ਮੁਕਾਬਲੇ ਦੇ ਵਿੱਚ ਆਪਣੀਆਂ ਪ੍ਰਾਪਤੀਆਂ ਨੂੰ ਪੇਸ਼ ਕਰਦਿਆਂ ਹੋਇਆਂ ਆਪਣੀਆਂ ਫੋਟੋਆਂ ਲਾ ਕੇ ਵੱਡੇ ਜਿਹੜੇ ਨਾ ਜਦੋਂ ਪ੍ਰਚਾਰ ਦਾ ਤਰੀਕਾ ਅਖਤਿਆਰ ਕੀਤਾ, ਤਾਂ ਮੋਦੀ ਸਾਹਿਬ ਨੇ ਉਹ ਖੜਕ ਗਿਆ ਕਿ ਉਹ ਕਿਉਂਕਿ ਉਹ ਉਹਨਾਂ ਦੀ ਨੀਤੀ ਦੇ ਖਿਲਾਫ ਹੈਗਾ ਕਿ ਕੋਈ ਹੋਰ ਨੇਤਾ ਨੂੰ। ਔਰ ਉਹ ਹੁਣ ਜਦੋਂ ਆ ਬੋਲ ਕੇ ਆਏ ਆ ਭੋਪਾਲ ਦੇ ਵਿੱਚ, ਜਿਹਦੇ ਬਾਰੇ ਚਰਚਾ ਵੀ ਹੋ ਰਹੀ ਆ ਕਿ ਉਹ ਲਗਭਗ 1 ਘੰਟੇ ਦੇ ਆਸ-ਪਾਸ ਜਾਂ 52-53 ਮਿੰਟ ਦੀ ਲੰਬੀ ਸਪੀਚ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਆਪਣੇ ਬੀਜੇਪੀ ਦੇ ਮੁੱਖ ਮੰਤਰੀ ਦਾ ਨਾਂ ਨਹੀਂ ਲਿਆ, ਆਪਣੀ ਹੀ ਸਰਕਾਰ ਦੀਆਂ ਕਿਸੇ ਵੀ ਪ੍ਰਾਪਤੀਆਂ ਨੂੰ ਜਾਂ ਹਾਈਲਾਈਟ ਕਰਨ ਵਾਲੀਆਂ ਗੱਲਾਂ ਨੂੰ ਦਾ ਨਾਂ ਨਹੀਂ ਲਿਆ। ਜਿਹੜੀਆਂ ਪ੍ਰਾਪਤੀਆਂ ਸੈਂਟਰ ਸਰਕਾਰ ਦੀਆਂ ਉਹ ਹਰ ਜਗ੍ਹਾ ਗਣਾਉਂਦੇ ਆ, ਉਹੀ ਉੱਥੇ ਜਾ ਕੇ ਗਣਾਈਆਂ। ਔਰ ਇਸ ਕਰਕੇ ਉਹ ਕਿਸੇ ਵੀ ਹੋਰ ਨੂੰ ਇਸੇ ਤਰ੍ਹਾਂ ਦਾ, ਜਾਂ ਉਹਨਾਂ ਦੇ ਦੂਸਰੇ ਨੇਤਾ ਹੈ ਜਿਹੜੇ ਗਡਕਰੀ ਸਾਹਿਬ ਹੈ ਨੇ, ਉਹਨਾਂ ਦੇ ਨਾਲ ਵੀ ਜਿਹੜੀ ਟੱਕਰ ਆਉਂਦੀ ਉਹ ਇਸੇ 'ਚ ਆਉਂਦੀ ਕਿ ਪੈਰਲਲ ਹੋਰ ਕੋਈ ਲੀਡਰ ਜਿਹੜਾ ਨਾ ਉਹ ਆਪਣੇ ਆਪ ਨੂੰ ਪੇਸ਼ ਨਾ ਕਰ ਸਕੇ, ਉਹ ਇਦਾਂ ਦੀ ਐਡਵਰਟਾਈਜ਼ਮੈਂਟ ਨਾ ਕਰੇ ਜਿਹਦੇ 'ਚ ਉਹ ਆਪਣਾ ਇੱਕ ਫੇਸ, ਭਾਵੇਂ ਉਹ ਲੋਕਲ ਲੈਵਲ ਤੇ ਹੀ ਹੋਵੇ, ਔਰ ਉਹ ਫੇਸ ਬਣ ਸਕੇ। ਉਹਦੇ ਵਿੱਚੋਂ ਇਹ ਮੱਧ ਪ੍ਰਦੇਸ਼ ਦਾ ਜਿਹੜਾ ਨਿਕਲਿਆ। ਹੁਣ ਸੈਂਟਰ ਦੇ ਵਿੱਚੋਂ ਮੰਤਰੀਆਂ ਨੂੰ ਤੇ ਐਮਪੀਆਂ ਨੂੰ ਇਕੱਠੇ ਕਰ 7 ਬੰਦੇ ਦਿੱਲੀ ਤੋਂ ਭੇਜੇ ਗਏ ਆ ਜਿਹੜੇ ਉੱਥੇ ਜਾ ਕੇ ਚੋਣਾਂ ਲੜਨਗੇ। ਜਿਹੜੇ ਐਮਪੀ ਆ ਐਮਐਲਏ ਦੀ ਚੋਣ ਲੜਨਗੇ, ਜੇ ਹਾਰ ਗਏ ਤਾਂ ਵੀ ਗਏ, ਜੇ ਉਹ ਜਿੱਤ ਗਏ ਤਾਂ ਵੀ ਉਹ ਉਹਨਾਂ ਨੇ ਐਮਐਲਏ ਹੀ ਉੱਥੇ ਰਹਿਣਗੇ, ਹਨਾ। ਇੱਕ ਤਾਂ ਇਹ ਗੱਲ ਆ ਕਿ ਵੀ ਇਹ ਨਜ਼ਰ ਆ ਰਿਹਾ ਕਿ ਸ਼ਾਇਦ ਮੱਧ ਪ੍ਰਦੇਸ਼ ਹੱਥੋਂ ਜਾ ਰਿਹਾ ਆ ਤੇ ਸਾਰੀ ਤਾਕਤ ਜਿਹੜੀ ਨਾ ਉਹਦੇ ਤੇ ਝੋਕ ਦਿੱਤੀ ਜਾਵੇ। ਪਰ ਜੋ ਹਾਲਾਤ ਆ ਉਹ ਇਹ ਕਹਿੰਦੇ ਆ ਕਿ ਜੋ ਮਰਜ਼ੀ ਇਹ ਕਰ ਲੈਣ, ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨਾ ਉਹ ਲੋਕਾਂ ਦੀ ਸਾਈਕੀ ਜਿਹੜੀ ਨਾ ਪਿੱਛੇ ਮੁੜਨ ਵਾਲੀ ਨਹੀਂ ਹੈ। ਲੋਕ ਜਿਹੜੇ ਨਾ ਉਹ ਡਿਸਾਈਡ ਕੀਤਾ ਹੋਇਆ, ਔਰ ਜਦੋਂ ਲੋਕ ਡਿਸਾਈਡ ਕਰ ਲੈਣ ਤੁਸੀਂ ਜੋ ਮਰਜ਼ੀ ਕਰੀ ਜਾਓ, ਉੱਪਰੋਂ ਭੇਜ ਦਿਓ, ਹੇਠੋਂ ਭੇਜ ਦਿਓ, ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਇਹ ਆਪਾਂ ਯੂਪੀ ਦੀ ਘੋਸੀ ਦੀ ਜਿਹੜੀ ਚੋਣ ਹੋਈ ਸੀ ਉਹਦੇ ਤੋਂ ਵੀ ਜਿਹੜਾ ਨਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਤਰ੍ਹਾਂ
ਮੈਂ ਉਹਨੂੰ ਨਾ ਜਾਣਨ ਦੀ ਕੋਸ਼ਿਸ਼ ਕੀਤੀ ਵੀ ਉਹ ਕੀ ਜ਼ੋਰ ਘੱਟ ਲਗਾਇਆ ਸੀਗਾ, ਔਰ ਸਿਰੇ ਦਾ ਜ਼ੋਰ ਇਹਦਾ ਲਾਤਾ ਵੀ ਜਾਣੀ ਮੰਤਰੀ ਜਿਹੜੇ ਆ ਨਾ ਸੈਂਟਰ ਦਿੱਲੀ ਦੇ ਕੇਂਦਰ ਸਰਕਾਰ ਦੇ 20 ਦੇ ਕਰੀਬ ਮੰਤਰੀ, 100 ਜਿਹੜਾ ਨਾ ਹੋਰ ਸਟੇਟਾਂ ਦਾ ਮਿਲਾ ਕੇ MLA, ਔਰ ਇਸੇ ਤਰ੍ਹਾਂ RSS ਦਾ 3000 ਵਰਕਰ, ਤੇ ਪੈਸਾ ਜਿਹੜਾ ਅੰਦਾਜ਼ਾ ਲਗਾਇਆ ਜਾਂਦਾ ਹੈ ਨਾ ਉਹ 20,000 ਕਰੋੜ ਦੇ ਜੋ ਵੀ ਹੈ, ਜੋ ਪ੍ਰੋਪੇਗੈਂਡਾ ਹੋ ਰਿਹਾ, ਇੰਨੀ ਵੱਡੀ ਇਸ ਤਰ੍ਹਾਂ ਦੀ ਇੱਕ ਨੈਟਵਰਕ ਜਿਹੜਾ ਬਣਿਆ ਹੋਇਆ, ਉਹਨੂੰ ਉੱਥੇ ਲਾ ਕੇ ਵੀ ਰਿਜ਼ਲਟ ਇਹ ਨਿਕਲਿਆ ਕਿ 42,000 ਦੇ ਫਰਕ ਦੇ ਨਾਲ ਉਹ ਸੀਟ BJP ਨੇ ਹਾਰੀ। ਹੁਣ ਇਹ 7 ਭੇਜ ਦੇਣ, ਇਹ ਭਾਵੇਂ ਹੋਰ 70 ਭੇਜ ਦੇਣ, ਔਰ ਲੋਕਾਂ ਦੇ ਉੱਤੇ ਅਸਰ ਉਹਦਾ ਪੈਂਦਾ ਕਿ ਨਹੀਂ ਪੈਂਦਾ, ਉਹ ਘੋਸੀ ਨੇ ਸਾਬਤ ਕਰ ਦਿੱਤਾ ਕਿ ਵੀ ਜੋ ਮਰਜ਼ੀ ਕਰ ਲੈਣ ਇਹ, ਜੇ ਲੋਕਾਂ ਨੇ ਫੈਸਲਾ ਇਹਨਾਂ ਦੇ ਹੱਕ 'ਚ ਕੀਤਾ ਹੋਇਆ ਤਾਂ ਹੱਕ 'ਚ ਭੁਗਤਣਗੇ, ਜੇ ਉਹਨਾਂ ਨੇ ਫੈਸਲਾ ਇਹਨਾਂ ਦੇ ਖਿਲਾਫ ਕੀਤਾ ਹੋਇਆ ਤਾਂ ਇਹਨਾਂ ਦੇ ਖਿਲਾਫ ਭੁਗਤਣਗੇ। ਲੇਕਿਨ ਇਹ ਆ ਰਾਹੁਲ ਗਾਂਧੀ ਨੇ ਜਿਹੜੀ ਗੱਲ ਕਹੀ ਹੈ ਨਾ, ਔਰ ਉਹ ਮੈਨੂੰ ਲੱਗਦਾ ਕਿ ਬੜਾ ਉਹ ਬੈਲੈਂਸਡ ਔਰ ਬੜੀਆਂ ਵਾਈਜ਼ ਸਟੇਟਮੈਂਟਸ ਅੱਜ ਕੱਲ੍ਹ ਦੇ ਰਿਹਾ। ਜੇ ਤੁਸੀਂ ਕਹਿੰਦੇ ਨਾ ਵੀ ਇਹ ਏਦਾਂ ਉਭਰਿਆ ਲੀਡਰ ਦੇ ਤੌਰ ਤੇ ਕਿਉਂ ਲੋਕ ਉਹਦੇ ਵੀ ਐਂ ਲੱਗਦਾ ਕਿ ਰਾਹੁਲ ਗਾਂਧੀ ਆ ਉਹਦੇ ਪਿੱਛੇ ਲੋਕ ਲਾਂਬਾ ਤੁਰੇ। ਮੇਰਾ ਉਹਨੇ ਸਵਾਲ ਜਿਹੜੀ ਦੇ ਗੱਲ ਨਾਲ ਕਹੀ, ਇੱਥੇ ਨਾਲ ਹੀ ਸਵਾਲ ਵੀ ਲੈ ਲਿਓ ਕਿ ਰਾਹੁਲ ਗਾਂਧੀ ਨੇ ਜੋ ਕੁਝ ਨਰਿੰਦਰ ਮੋਦੀ ਹੋਣਾ ਨੇ ਜਾਂ ਉਹਨਾਂ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਹੈ ਉਹ ਲੋਕਾਂ ਦਾ ਢਾ ਦਿੱਤਾ ਜਾਵੇ, ਚਾਹੇ ਉਹ ਬੇਰੁਜ਼ਗਾਰੀ ਹੈ, ਚਾਹੇ ਉਹ ਮਹਿੰਗਾਈ ਹੈ, ਚਾਹੇ ਉਹ ਜਿਹੜਾ ਜਾਤੀ ਜਨਗਣਨਾ ਦਾ ਮਾਮਲਾ ਹੈ, ਚਾਹੇ ਉਹ ਜਿਹੜਾ ਔਰਤਾਂ ਦੇ ਰਾਖਵੇਂਕਰਨ ਦੇ ਮਾਮਲੇ 'ਚ OBC ਦੀ ਰਾਖਵਾਂਕਰਨ ਹੈ, ਪਰ ਉਹ ਉਹਦੇ ਵਿੱਚ ਕਾਮਯਾਬ ਨਹੀਂ ਹੋਏ। ਜਦੋਂ ਕਿ ਅਸੀਂ ਦੇਖਦੇ ਹਾਂ ਕਿ ਰਾਹੁਲ ਗਾਂਧੀ ਇਹ ਸਾਰੀਆਂ ਗੱਲਾਂ ਨੂੰ ਲੋਕਾਂ ਤੱਕ ਥੱਲੇ ਲਿਜਾਣ 'ਚ ਕਾਮਯਾਬ ਹੋ ਗਿਆ, ਔਰ ਨਵੇਂ ਸਿਰੇ ਤੋਂ ਨਵੀਂ ਜਿਹੜੀ ਯਾਤਰਾ ਉਹਦੀ ਦੂਸਰਾ ਪੜਾਅ ਜਿਹੜਾ ਭਾਰਤ ਜੋੜੋ ਯਾਤਰਾ ਦਾ ਉਹ ਸ਼ੁਰੂ ਕਰਨ ਜਾ ਰਿਹਾ ਅਗਲੇ ਮਹੀਨਿਆਂ 'ਚ। ਤਾਂ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਇੱਕ ਪਾਸੇ ਤਾਂ ਇਹ ਤਸਵੀਰ ਉੱਭਰ ਰਹੀ ਹੈ ਜਿਹੜੀ ਬਾਰੇ ਇਸ ਦੀ ਵੀ ਚਰਚਾ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਪੋਲਰਾਈਜੇਸ਼ਨ ਲਈ ਹੋਰ ਵੀ ਜਿਹੜਾ ਨਫ਼ਰਤੀ ਜਿਹੜੀ ਹਿੰਸਾ ਹੈ ਉਸ ਨੂੰ ਚੋਣਾਂ ਦੇ ਨੇੜੇ ਜਾ ਕੇ ਵਧਾਇਆ ਜਾਵੇ, ਫਿਰਕੂ ਹਿੰਸਾ ਜਿਹੜੀ ਹੋਵੇ, ਲਿੰਚਿੰਗ ਦੇ ਮਾਮਲੇ ਵੀ ਜਿਸ ਤਰ੍ਹਾਂ ਸਾਹਮਣੇ ਆ ਰਿਹਾ ਹੁਣ ਵੀ ਹੋਇਆ। ਸੋ ਇਸ ਕਰਕੇ ਇਹ ਸਾਰੀ ਜਿਹੜੀ ਸਥਿਤੀ ਹੈ ਇਸ ਨੂੰ ਤੁਸੀਂ ਰਾਹੁਲ ਗਾਂਧੀ ਜੋ ਕਰ ਰਿਹਾ ਤੇ ਜੋ ਇੰਡੀਆ ਕਰ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹਦੇ ਮੁਕਾਬਲੇ ਹੁਣ ਉਹ ਕਿੱਥੇ ਖੜੀ ਹੈ ਇਸ ਵੇਲੇ? ਇਸ ਪਾਸੇ ਹੁਣ ਮੈਂ ਇੱਕ ਛੋਟਾ ਜਿਹਾ ਹੋਰ ਪੁਆਇੰਟ ਜਿਹੜਾ ਨਾ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਉਹ ਇਹ ਆ ਕਿ ਲੋਕਾਂ ਦਾ ਭਰੋਸਾ ਕਿਉਂ ਇੰਨਾ ਬਣਦਾ ਜਾ ਰਿਹਾ ਰਾਹੁਲ ਗਾਂਧੀ ਤੇ। ਉਹ ਲੱਗ ਗਿਆ ਕਿ ਲਿਫਾਫੇਬਾਜ਼ੀ ਨਹੀਂ ਕਰਦਾ। ਉਹਨੇ ਜੀ ਜਿਹੜੀ ਜੀ ਸਟੇਟਮੈਂਟ ਬਿਲਕੁਲ ਠੀਕ, ਹਾਂ ਬਿਲਕੁਲ ਠੀਕ। ਜਿਹੜੀ ਸਟੇਟਮੈਂਟ ਉਹਨੇ ਜਿਹੜੀਆਂ ਸੂਬਾਈ ਚੋਣਾਂ ਹੋ ਰਹੀਆਂ ਉਹਨਾਂ ਦੇ ਬਾਰੇ 'ਚ ਦਿੱਤੀ ਨਾ, ਉਹ ਬੜੀ ਬੈਲੈਂਸਡ। ਐਂ ਲੱਗਦਾ ਕਿ ਜਦੋਂ ਇਹ ਰਿਜ਼ਲਟ ਆਵੇ ਤਾਂ ਉਹੀ ਗੱਲ ਨਿਕਲੇ ਜਿਹੜੀ ਮੈਂ ਹੁਣ ਕਹਿਣ ਲੱਗਾ ਆ। ਉਹ ਇਹ ਕਹਿੰਦਾ ਹੈ ਕਿ ਵੀ ਅਸੀਂ ਜਿਹੜਾ ਉਹ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ ਅਸੀਂ ਜਿੱਤ ਰਹੇ ਹਾਂ, ਲੇਕਿਨ ਰਾਜਸਥਾਨ ਦੇ ਬਾਰੇ 'ਚ ਉਹ ਇਹ ਨਹੀਂ ਕਹਿੰਦਾ ਕਿ ਅਸੀਂ ਜਿੱਤ ਰਹੇ ਹਾਂ। ਉੱਥੇ ਉਹਨੇ ਕਿਹਾ ਕਿ ਅਸੀਂ ਉੱਥੇ ਅੱਗੇ ਆਉਣਾ ਬਾਕੀ ਹੈ ਸਾਡਾ, ਅਜੇ ਅਸੀਂ ਅੱਗੇ ਆ ਜਾਣਾ ਹੈ ਨਾ। ਹੁਣ ਇਦਾਂ ਦੀ ਬੈਲੈਂਸ ਜਦੋਂ ਸਟੇਟਮੈਂਟ ਉਹ ਦਿੰਦਾ ਆ, ਉਹਨੂੰ ਜਦੋਂ ਮੋਦੀ ਸਾਹਿਬ ਦੀਆਂ ਸਟੇਟਮੈਂਟਾਂ ਦੇ ਨਾਲ ਕੰਪੇਅਰ ਕਰਕੇ ਲੋਕ ਦੇਖਦੇ ਆ ਨਾ, ਤੇ ਤਾਂ ਲੱਗਦਾ ਕਿ ਵੀ ਉਹ ਲਿਫਾਫੇਬਾਜ਼ੀ ਨਹੀਂ ਕਰਦਾ, ਉਨੀ ਗੱਲ ਕਰਦਾ ਜਿਹੜੀ ਲੱਗਦਾ ਹੈ ਲੋਕਾਂ ਨੂੰ ਕਿ ਵੀ ਇਹ ਸਹੀ ਲੱਗਦੀ ਹੈ ਨਾ। ਹੁਣ ਆਈਏ ਦੂਸਰੇ ਪਾਸੇ, ਜਿਹੜਾ ਆ ਕਿ ਲੋਕਾਂ ਦੀਆਂ ਆਮ ਮੰਗਾਂ ਜਿਹੜੀਆਂ ਉਹਨਾਂ ਤੋਂ ਧਿਆਨ ਪਾਸੇ ਹਟਾਉਣ ਦੇ ਲਈ ਜਾਂ ਕੋਈ ਝਗੜਿਆਂ ਦੀ ਹਾਲਾਤ ਪੈਦਾ ਕਰਨ ਦੇ ਲਈ ਇਹ ਪਾਲਿਸੀਆਂ, ਔਰ ਇਹ ਉਹਨਾਂ ਦਾ ਨਾ ਇੱਕ ਫੰਡਾਮੈਂਟਲ ਦਾਅ-ਪੇਚ ਹੈਗਾ ਹੈ। ਤੁਸੀਂ ਇਹ ਯਾਦ ਕਰੋ ਕਿ ਜਦੋਂ ਸਟਾਲਿਨ ਨੇ ਉਹ ਮਸਲਾ ਉਠਾਇਆ ਸੀ ਤਾਂ ਉਸ ਨੂੰ ਇਸ ਢੰਗ ਦੇ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਸਨਾਤਨ ਧਰਮ ਨੂੰ ਖਤਰਾ ਪੈਦਾ ਹੋ ਗਿਆ, ਔਰ ਇਹਨੂੰ ਕਹਿੰਦਾ ਵੀ ਇਹਨੂੰ ਨਸ਼ਟ ਕਰ ਦੇਣਾ, ਇਹਨੂੰ ਕ੍ਰਸ਼ ਕਰ ਦੇਣਾ, ਇਹਨੂੰ ਖਤਮ ਕਰ ਦੇਣਾ, ਮਲੇਰੀਆ ਜਾਂ ਜੋ ਵੀ ਹੈਗਾ ਨਾ ਵੀ ਇਹ ਵਾਇਰਸ ਹੈਗਾ। ਔਰ ਉਹਨੂੰ ਪੂਰੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ ਵਿੱਚ ਇਹਨਾਂ ਨੂੰ ਉਹ ਕਾਮਯਾਬੀ ਮਿਲੀ ਨਹੀਂ ਕਿ ਸ਼ਾਇਦ ਅਸੀਂ ਸਿੱਧੀ ਪੋਲਰਾਈਜੇਸ਼ਨ ਕਰਨ ਦੇ ਵਿੱਚ ਸਫਲ ਹੋ ਜਾਵਾਂਗੇ। ਉਹ ਹੋ ਗਿਆ। ਦੂਸਰੇ ਪਾਸੇ ਹੋਰ ਤੁਸੀਂ ਦੂਸਰੀਆਂ ਹੋਰ ਜਿਹੜੀਆਂ ਕਮਿਊਨਿਟੀਜ਼ ਦੇ ਨਾਲ ਹੁਣ ਤਾਜ਼ੀ ਘਟਨਾ ਜਿਹੜੀ ਵਾਪਰੀ ਹੈਗੀ ਆ ਨਿੱਜਰ ਦੇ ਕਤਲ ਦੀ, ਤਾਂ ਉਸ ਤੋਂ ਬਾਅਦ ਉਭਰਿਆ ਕਿ ਖਾਲਿਸਤਾਨ ਇੱਕ ਪਾਸੇ ਵੀ ਲੜ ਗਏ, ਜਾਂ ਉਹਦੇ ਲੀਡਰ ਨੂੰ ਜਿਹੜਾ ਨਾ ਉਹ ਉੱਥੇ ਘੁਸ ਕੇ ਜਾ ਕੇ ਜਾਣੀ ਅੰਦਰ ਖਾਤੇ ਜੋ ਬਿਲਡਅਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਲੋਕ ਹੁਣ ਉਹਨੂੰ ਨਾ ਚੁੱਕ ਨਹੀਂ ਰਹੇ।
ਲੋਕ ਜਿਹੜੇ ਨਾ ਉਹ ਇਸ ਗੱਲ ਨੂੰ ਨਹੀਂ ਚੁੱਕ ਰਹੇ ਕਿ ਵੀ ਹਰ ਚੀਜ਼ ਹੈ ਜਿਹੜੀ ਉਹ ਕਮਿਊਨਲ ਐਂਗਲ ਤੋਂ ਹੀ ਇੱਕ ਬਹੁਤ ਵੱਡੀ ਟੀਮ ਆ ਜਿਹੜੀ ਬਹੁਤ ਐਕਟਿਵ ਹੈਗੀ ਆ, ਜਿਨ੍ਹਾਂ ਦੀ ਗਿਣਤੀ ਲੱਖਾਂ 'ਚ ਹੈ, ਜਿਹੜੇ ਉਹਦੇ ਤੇ ਲੱਗੇ ਹੋਏ ਨੇ ਆਪਣੇ ਮਾਸ ਸੋਸ਼ਲ ਮੀਡੀਆ ਦੇ ਉੱਤੇ, ਜਾਂ ਸੋਸ਼ਲ ਟਰੋਲਰ ਆ ਜਿਹੜੇ ਹਨਾ, ਹਾਂਜੀ ਟਰੋਲਰ ਨੇ, ਉਹਨਾਂ ਦੀ ਉਹ ਬਹੁਤ ਵੱਡੀ ਗਿਣਤੀ ਹੈਗੀ ਆ। ਲੇਕਿਨ ਜੇ ਉਹਨਾਂ ਨੂੰ ਇਸ ਦੇਸ਼ ਦੀ ਜਨਸੰਖਿਆ ਜਾਂ ਵੋਟਰਾਂ ਦੀ ਗਿਣਤੀ ਕਹਿੰਦਾ ਤਾਂ ਕੁਝ ਵੀ ਨਹੀਂ ਹੈਗੇ ਉਹ। ਲੇਕਿਨ ਜਿਹੜੇ ਜਦੋਂ ਐਕਟਿਵ ਆ ਬੋਲੀ ਜਾਂਦੇ ਉਹ ਨਜ਼ਰ ਆਉਂਦੇ ਆ, ਐਂ ਲੱਗਦਾ ਕਿ ਬੜੀ ਵੱਡੀ ਤਾਕਤ ਆ। ਉਧਰੋਂ ਵੀ ਇਧਰੋਂ ਵੀ ਟਰੋਲ ਹੋ ਰਿਹਾ ਬੰਦਾ ਹਨਾ, ਔਰ ਉਹਦੇ ਤੇ ਉਹਨੂੰ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਜਿਹੜਾ ਨਾ ਇਹ ਬਹੁਤ ਸੀਮਤ ਹੋ ਗਿਆ ਕੰਮ, ਲੋਕ ਇਸ ਨੂੰ ਚੁੱਕਦੇ ਨਹੀਂ ਹੈ। ਵਾਪਸ ਹੋ ਗਈ ਆ ਲੋਕਾਂ ਦੀ ਸਾਈਕੀ ਕਿ ਜਿਸ ਤਰ੍ਹਾਂ ਇਹ ਦੇਸ਼ ਚੱਲਦਾ ਰਿਹਾ ਆ ਹਜ਼ਾਰਾਂ ਸਾਲਾਂ ਤੋਂ, ਇੱਕ ਸਾਂਝੇ ਮਤਲਬ ਇੱਕ ਧਰਮਾਂ ਦੀ ਆਪਸ ਵਿੱਚ ਜਿਹੜਾ ਸਹਿਨਸ਼ੀਲਤਾ ਸੀ, ਉਹ ਉਧਰ ਨੂੰ ਲੋਕ ਉਹ ਚਾਹੁੰਦੇ ਆ ਹੁਣ ਕਿ ਇਹ ਸਹਿਨਸ਼ੀਲਤਾ ਵਾਲਾ ਦੇਸ਼ ਸੀਗਾ, ਇਹਨੂੰ ਮੋੜ ਕੇ ਉੱਥੇ ਲਿਆਉਣਾ ਚਾਹੀਦਾ ਆ। ਔਰ ਬਹੁਤ ਵੱਡਾ ਭਾਰੀ ਸੈਕਸ਼ਨ ਜਿਹਨੂੰ ਆਪਣਾ ਸਮਝਦੇ ਉਹ ਵੀ ਹੁਣ ਇਹੀ ਚਾਹੁੰਦਾ ਆ, ਔਰ ਉਹ ਵੋਕਲ ਹੋ ਗਿਆ, ਔਰ ਉਹ ਇਹ ਬੋਲਣਾ ਸ਼ੁਰੂ ਕਰ ਦਿੱਤਾ। ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿਹੜੀ ਗੱਲ ਰਾਹੁਲ ਗਾਂਧੀ ਲੈ ਕੇ ਚੱਲ ਰਿਹਾ ਕਿ ਉਹਨਾਂ ਨੇ ਮੁਹੱਬਤ ਦੀ ਦੁਕਾਨ ਖੋਲੀ ਹੈ ਤੇ ਮੁਹੱਬਤ ਦਾ ਜਿਹੜਾ ਉਹ ਨਾਰਾ ਲੈ ਕੇ ਅੱਗੇ ਵਧ ਰਿਹਾ, ਉਹਨੂੰ ਲੋਕ ਭਰਵਾਂ ਹੰਗਾਰਾ ਦੇ ਰਿਹਾ। ਉਹਨੂੰ ਭਰਵਾਂ ਹੁੰਗਾਰਾ ਮਿਲਿਆ। ਜੇ ਉਹ ਸਿਰਫ ਗੱਲ ਹੀ ਹੁੰਦੀ ਨਾ ਕਿ ਜੀ ਨਫ਼ਰਤ ਦੇ ਖਿਲਾਫ ਮੇਰੀ ਲੜਾਈ ਆ, ਮੈਂ ਨਫ਼ਰਤ ਦੇ ਬਾਜ਼ਾਰ 'ਚ ਜਿਹੜਾ ਮੁਹੱਬਤ ਦੀ ਦੁਕਾਨ ਖੋਲੀ ਹੈ, ਜੇ ਰਿਐਲਿਟੀ ਨਾ ਹੁੰਦੀ ਤਾਂ ਇਸ ਸੈਂਟੈਂਸ ਨੂੰ ਕੋਈ ਹੁੰਗਾਰਾ ਨਹੀਂ ਮਿਲਣਾ ਸੀਗਾ। ਔਰ ਇਸ ਨੂੰ ਸੈਂਟੈਂਸ ਨੂੰ ਹੁੰਗਾਰਾ ਹੀ ਇਸ ਕਰਕੇ ਮਿਲਿਆ ਕਿ ਇਹੋ ਜਿਹੇ ਹਾਲਾਤ ਇਹ ਦੇਸ਼ ਦੇ ਵਿੱਚ ਬਣੇ ਹੋਏ ਸੀਗੇ। ਇੱਕ ਨਫ਼ਰਤ ਦਾ ਮਾਹੌਲ ਬੜਾ ਜ਼ਬਰਦਸਤ ਕ੍ਰੀਏਟ ਹੋਇਆ ਪਿਛਲੇ ਟਾਈਮ ਦੇ ਵਿੱਚ, ਜਿਹੜਾ ਲੋਕਾਂ ਨੇ ਮਹਿਸੂਸ ਕਰ ਲਿਆ ਕਿ ਹਾਂ ਆ ਗਿਆ ਬੰਦਾ ਜਿਹੜਾ ਇਹ ਚਾਹੁੰਦਾ ਆ, ਔਰ ਇਹਦੇ ਪਿੱਛੇ ਲਾਮਬੰਦ ਹੋਣਾ ਚਾਹੀਦਾ। ਫਿਰ ਇਹ ਆ ਕਿ ਜਿਹੜੇ ਦਾਅ ਪੇਚ ਤੁਸੀਂ ਐਂ ਦੇਖੋ ਕਿ ਤੁਰਿਆ ਜਾਂਦਾ ਉਹ ਬੰਦਾ ਕਿਤੇ ਨੂੰ ਵੀ ਜਾਣੀ ਲੋਕਾਂ ਦੇ ਵਿੱਚ ਜਾ ਕੇ ਘੁਸ ਸਕਦਾ। ਮੈਂ ਦੇਖਿਆ ਰੰਦਾ ਚਲਾਈ ਜਾਂਦਾ ਸੀਗਾ, ਇੱਕ ਮਿਸਤਰੀ ਸੀ ਲੱਕੜ ਦਾ ਕੰਮ ਕਰਦਾ, ਉਹ ਉਹਦੇ ਨਾਲ ਜਾ ਲੱਗਿਆ ਹਨਾ। ਤੇ ਇਹ ਨਹੀਂ ਹੈ ਕਿ ਵੀ ਉਹ ਬੰਦਾ ਜਿਹਦੇ ਕੋਲੋਂ ਗਏ ਉਹ ਕੀਤਾ, ਜਿਹਨੂੰ ਜਾ ਕੇ ਉਹਨੇ ਸਿੱਧਾ ਟੱਚ ਕੀਤਾ, ਚਾਹੇ ਉਹ 10 ਮਿੰਟ ਹੈ ਚਾਹੇ ਅੱਧਾ ਘੰਟਾ ਰਿਹਾ, ਔਰ ਉਹ ਕਿੱਤੇ ਨਾਲ ਜੁੜੇ ਹੋਏ ਦੇਸ਼ ਦੇ ਸਾਰੇ ਲੋਕ ਪ੍ਰਭਾਵਿਤ ਹੁੰਦੇ ਆ। ਕੁਲੀਆਂ ਕੋਲ ਚਲਾ ਗਿਆ, ਮੋਟਰਸਾਈਕਲ ਠੀਕ ਕਰਨ ਵਾਲਿਆਂ ਕੋਲ ਚਲਾ ਗਿਆ ਹਨਾ, ਔਰ ਇਸ ਤਰ੍ਹਾਂ ਟਰੱਕ ਡਰਾਈਵਰਾਂ ਦੇ ਨਾਲ ਜਿਹੜਾ ਨਾ ਉਹ ਇਹ ਜਿਹੜੇ ਸੈਕਸ਼ਨ ਉਹਨੇ ਚੁਣੇ ਆ, ਚੁਣਨ ਤੋਂ ਬਾਅਦ ਉਹਨਾਂ ਦੇ ਨਾਲ ਖੇਤਾਂ 'ਚ ਜਾ ਕੇ ਝੋਨਾ ਹਨਾ, ਕਿਸਾਨਾਂ ਤੋਂ ਲੈ ਕੇ ਦਸਤਕਾਰਾਂ ਤੱਕ ਤੇ ਦੂਜੇ ਕਿੱਤੇ ਕਰਨ ਵਾਲਿਆਂ ਤੱਕ, ਜਿਨ੍ਹਾਂ ਨੂੰ ਹੁਣ ਅਸੀਂ OBC ਕਹਿ ਸਕਦੇ ਹਾਂ ਹਨਾ। OBC ਉਹ ਅਸਲ 'ਚ OBC ਹੀ ਹੈਗੇ ਆ। ਹੁਣ ਜਦੋਂ ਉਹਨੇ OBC ਦਾ ਮਸਲਾ ਚੁੱਕਿਆ ਤਾਂ ਲੋਕਾਂ ਤੇ ਅਸਰ ਹੁੰਦਾ ਇਸ ਗੱਲ ਦਾ ਹਨਾ। ਔਰ ਹੁਣ ਮੋਦੀ ਸਾਹਿਬ ਨੂੰ ਮੈਂ ਇਹ ਸੁਣਿਆ ਉਹਨਾਂ ਦਾ ਸਟੇਟਮੈਂਟ ਕਿ ਜੀ ਮੈਂ ਬੈਕਵਰਡ ਕਲਾਸ ਦੇ ਨਾਲ ਜਾਂ OBC ਦੇ ਨਾਲ ਤਾਲੁਕ ਰੱਖਣ ਵਾਲਾ ਬੰਦਾ, ਇਹ ਮੈਨੂੰ ਜਾਣੀ ਡਾਊਨ ਕਰਕੇ ਮੇਰੀ ਬੇਇੱਜ਼ਤੀ ਕਰਕੇ ਇਹ ਸਾਰੇ OBC ਨੂੰ ਬੇਇੱਜ਼ਤੀ ਕਰ। ਲੇਕਿਨ ਹਾਲਾਤ ਇਹ ਨਹੀਂ ਹੈਗੇ। ਉਹ ਕਹਿੰਦੇ ਜੇ ਤੁਸੀਂ OBC ਦੇ ਹੀ ਪ੍ਰਤੀਨਿਧ ਹੁੰਦੇ ਤਾਂ OBC ਦੀ ਹਾਲਤ ਇਹ ਥੋੜ੍ਹਾ ਹੁੰਦੀ ਕਿ 90 ਦੇ ਵਿੱਚੋਂ 3 ਹੁੰਦੇ, ਜਦੋਂ ਕਿ ਉਹਨਾਂ ਦੀ ਆਬਾਦੀ ਕਿੰਨੀ ਆ। ਫਿਰ ਉਹ ਇਹ ਇੱਕ ਨਵੀਂ ਆ ਪਿਛਲੇ ਭਾਸ਼ਣ ਕਰਦੇ ਆ ਨਾ ਕਿ ਜਦੋਂ ਅਸੀਂ ਆਪਣੇ ਕੋਈ ਇਲਾਜ ਕਰਾਉਣਾ ਹੋਵੇ, ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਉਹ ਕੀ ਕਰਦਾ ਪਹਿਲਾਂ, ਉਹ ਕਹਿੰਦਾ ਪਹਿਲਾਂ ਇਹਦਾ ਐਕਸਰੇ ਲਾਓ, ਸਕੈਨਿੰਗ ਕਰੋ, ਫਿਰ ਉਹ ਦੇਖਦਾ ਕਿ ਇਹਨੂੰ ਬਿਮਾਰੀ ਕਿਹੜੀ। ਉਹ ਕਹਿੰਦਾ ਜਦ ਤੁਹਾਡੇ ਸਾਹਮਣੇ ਦੇਸ਼ ਦੀ ਸਕੈਨਿੰਗ ਹੀ ਹੈ ਨਹੀਂ, ਤੁਹਾਡੇ ਸਾਹਮਣੇ ਇਹ ਦੇਸ਼ ਦਾ ਐਕਸਰੇ ਹੀ ਹੈ ਨਹੀਂ ਕਿ ਕਿਹੜੇ ਲੋਕਾਂ ਦੀ, ਕਿਹੜੇ ਤਬਕੇ ਦੀ, ਕਿਹੜੇ ਸੈਕਸ਼ਨ ਦੀ ਕਿੰਨੀ ਗਿਣਤੀ ਆ, ਤਾਂ ਤੁਸੀਂ ਪਾਵਰ ਸ਼ੇਅਰ ਕਿਵੇਂ ਕਰੋਗੇ ਹਨਾ। ਇਸ ਕਰਕੇ ਇਹ ਜਾਤ ਦੇ ਆਧਾਰ ਤੇ ਰਾਹੁਲ ਹੋਣਾ ਨੇ ਇਹ ਗੱਲ ਮੱਧ ਪ੍ਰਦੇਸ਼ 'ਚ ਕਹੀ ਹੈ, ਕਾਲਾ ਪੀਪਲ ਵਿੱਚ ਜਿਹੜੀ ਰੈਲੀ ਸੀ ਉੱਥੇ ਬੋਲਦੇ ਉਹਨਾਂ ਨੇ ਕਹੀ ਹੈ ਬਕਾਇਦਾ। ਬਿਲਕੁਲ ਇੱਥੇ ਇਹ ਲੇਟੈਸਟ ਹੈਗਾ ਹਨਾ। ਹਾਂ ਉਹ ਪਹਿਲਾਂ ਤਾਂ ਰੈਲੀ ਨੂੰ ਹਾਂ ਸੰਬੋਧਨ ਕਰਦੇ ਕਈ। ਇਹ ਹਾਂ ਨਾਲੋਂ ਕੀ ਕਹਿੰਦਾ, ਨਾਲੋਂ ਇਹ ਕਹਿੰਦਾ ਆ ਕਿ ਗਿਣਤੀ ਤਾਂ ਇਹਦੀ ਮਤਲਬ ਜਨਗਣਨਾ ਤਾਂ ਹੋਣੀ ਆ, ਲੇਕਿਨ ਪਿਛਲੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਜਾਂ ਹਿਸਾਬ ਕਿਤਾਬ ਤਾਂ ਸਰਕਾਰ ਕੋਲ ਹੈਗਾ। ਉਹ ਕਹਿੰਦਾ ਸਰਕਾਰ ਨੂੰ ਸਭ ਪਤਾ ਕਿੰਨੀ ਆ ਹਨਾ, ਇਹ ਦੱਸੇ ਫਿਰ ਜਵਾਬ ਦੇਵੇ ਕਿ ਕੀ ਉਹਨਾਂ ਦੀ ਪ੍ਰਤੀਨਿਧਤਾ ਪਾਵਰ ਦੇ ਵਿੱਚ ਪੂਰੀ ਆ, ਘੱਟ ਆ,
ਜਾਂ ਉਹਨਾਂ ਨੂੰ ਉਨੀ ਮਿਲੀ ਹੈਗੀ ਆ। ਫਿਰ ਉਹ ਐਗਜ਼ਾਮਪਲ ਉਹੀ ਆ ਜਿਹੜੀ ਬਾਰ-ਬਾਰ ਦੁਹਰਾ ਵੀ ਰਹੇ ਆ ਕਿ ਮੈਂ ਦੇਖਿਆ ਕਿ ਵੀ 90 ਜਿਹੜੇ ਆ ਬੰਦੇ ਸਾਰੇ ਫੈਸਲੇ ਕਰਦੇ ਆ, ਉਹਨਾਂ ਵਿੱਚ ਗਿਣਤੀ ਜਿਹੜੀ ਆ OBC ਦੀ 3 ਆ। ਹੁਣ ਉਹ OBC ਨੂੰ ਇੱਕ ਪਾਸੇ ਇਕੱਠੇ ਹੋਣ ਦੇ ਲਈ ਇੱਕ ਜਸਟੀਫਿਕੇਸ਼ਨ ਮਿਲ ਗਈ ਹੈ। ਇੱਕ ਤਾਂ ਜਾ ਕੇ ਸਿੱਧਾ ਮਿਲਦਾ ਉਹਨਾਂ ਨੂੰ, ਦੂਸਰਾ ਉਹਨਾਂ ਦਾ ਮਸਲਾ ਉਠਾਉਂਦਾ ਹੈਗਾ ਰਾਜਨੀਤਿਕ ਲੈਵਲ ਦੇ ਉੱਤੇ, ਉਹਨਾਂ ਤੇ ਅਸਰ ਹੋਏਗਾ। ਹੁਣ ਜਿਹੜਾ ਇਹ ਸੀਗਾ ਦੇ ਵਿੱਚ ਇਹ ਵੀ ਅਸੀਂ ਇਹ ਦੇਖਿਆ ਕਿ ਜਿਹੜੇ OBC ਦੇ ਲੀਡਰ ਆ, ਜਿਹੜੇ ਖਾਸ ਕਰਕੇ ਜਿਹੜੇ ਮੰਡਲ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸੱਤਾ ਵਿੱਚ ਆਏ ਔਰ ਰਾਜਨੀਤੀ 'ਚ ਉਹਨਾਂ ਦੀ ਚੜ੍ਹਤ ਹੋਈ, ਜਿਸ ਤਰ੍ਹਾਂ ਬਿਹਾਰ 'ਚ ਨਤੀਸ਼ ਕੁਮਾਰ ਹੈ, ਲਾਲੂ ਪ੍ਰਸਾਦ ਯਾਦਵ ਹੈ, ਇਸ ਤਰ੍ਹਾਂ ਹੀ ਇੱਥੇ ਸਮਾਜਵਾਦੀ ਪਾਰਟੀ ਹੈ ਜਾਂ ਮਾਇਆਵਤੀ ਹੈ, ਉਹ ਸਾਰੇ ਜਿਹੜੇ ਲੀਡਰ ਹੈ ਉਹ ਇਸ ਵੇਲੇ ਇੰਡੀਆ ਦੇ ਨਾਲ ਖੜੇ ਆ। OBC ਦੇ ਜਿੰਨੇ ਐਸਟੈਬਲਿਸ਼ ਹਾਂ, ਉਹਦੇ ਨਾਲ ਉਹਨੇ ਇਹ ਗੱਲ ਕਹੀ ਵੀ ਆ ਆਪਣੇ ਪਾਰਟੀ ਵਾਲੇ। ਉਹ ਕਹਿੰਦੇ ਜੇ ਸਾਡੇ 3 ਸਾਡੇ ਜਿਹੜੇ ਚੀਫ ਮਿਨਿਸਟਰ ਆ OBC ਆ, ਹਨਾ, ਔਰ ਆਪਣਾ ਵੀ ਸਾਡਾ ਅਸੀਂ ਕਹਿੰਦੇ ਹੀ ਨਹੀਂ, ਅਸੀਂ ਉਹਨੂੰ ਪ੍ਰੈਕਟਿਸ ਦੇ ਵਿੱਚ ਲਿਆਂਦਾ। ਹੁਣ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆ ਰਹੀ ਹੈ, ਜੋ ਸ਼ਿਫਟ ਆ ਰਹੀ ਨਾ, ਬਹੁਤ ਵੱਡੀ ਸ਼ਿਫਟ ਆ ਰਹੀ ਆ। ਇਹ ਹੀ ਨਹੀਂ ਸੀਗਾ ਕਿ ਜੀ ਕੰਸੋਲੀਡੇਟ ਹੋ ਗਏ, ਜਿਹੜੀ ਮੁਸਲਿਮ ਵੋਟਰ ਹੈਗੀ ਆ ਉਹ ਸਾਰੀ ਕੰਸੋਲੀਡੇਟ ਹੋ ਗਈ ਆ। ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਜਿਹੜਾ ਨਾ ਉਹ ਕੋ ਵੋਟਰ ਆ ਪਾਊਗਾ BJP ਨੂੰ, ਹਨਾ। ਕਹਿ ਦਊ ਹਾਂ ਕਾਦੂ ਡਰਦਾ ਕਹਿ ਦਊਗਾ, ਲੇਕਿਨ ਜਦੋਂ ਬਟਨ ਦਬਾਊਗਾ ਨਾ ਉਹ ਨਹੀਂ ਪਾਊਗਾ। ਲੇਕਿਨ ਦੂਜੇ ਪਾਸੇ ਜਿਹਦੇ ਬਾਰੇ ਇਹ ਡਿਸਕਸ ਕੀਤਾ ਜਾ ਰਿਹਾ ਸੀਗਾ ਕਿ SC ਵੋਟ ਹੈ ਜਿਹੜੇ, ਖਾਸ ਤੌਰ ਤੇ ਜਦੋਂ UP ਦੀ ਗੱਲ ਹੁੰਦੀ ਹੈ ਕਿ UP ਆ ਕਿ ਲਖਨਊ ਵਿੱਚ ਦੀ ਜਾਂਦੀ ਹੈ, ਜਿਹੜੀ ਦਿੱਲੀ ਦੀ ਪਾਵਰ ਆ, ਇੱਥੋਂ ਹੈ ਵੀ ਕੋਈ 80 ਸੀਟਾਂ ਹੈਗੀਆਂ, ਜਿਹਦੇ ਵਿੱਚੋਂ ਬੜੀ ਭਾਰੀ ਇਸ ਵਾਰ ਤਾਂ ਉਮੀਦ ਲਾਈ ਹੋਈ ਸੀ ਕਿ ਸ਼ਾਇਦ ਅਸੀਂ 70 ਜਾਂ ਇਹ ਤੋਂ ਵੀ ਵੱਧ ਸੀਟਾਂ ਜਿਹੜੀਆਂ ਜਿੱਤ ਜਾਵਾਂਗੇ, ਲੇਕਿਨ ਉਹ ਫੂਕ ਨਿਕਲ ਗਈ ਕੋਸ਼ੀ ਦੇ ਵਿੱਚ ਜਾ ਕੇ ਹੀ ਕਿ ਇੱਦਾਂ ਦੀ ਸ਼ਿਫਟ ਆਈ ਆ। ਲੇਕਿਨ ਜਿਹੜਾ ਉਮੀਦ ਲਾਈ ਹੋਈ ਸੀ ਮਾਇਆਵਤੀ ਜੀ ਤੇ, ਉਹ ਸਿਰਫ ਇਸ ਕਰਕੇ ਨਹੀਂ ਕਿ ਵੀ ਉਹਨਾਂ ਦੇ ਜਿੱਦਾਂ ਸਾਨੂੰ ਪਿਛਲੀ ਵਾਰੀ ਲੱਗਦਾ ਸੀ ਨਾ ਕਿ ਸ਼ਾਇਦ ਜਿਹੜੀ ਹੱਦ ਤੱਕ ਕੀਤੀ ਗਈ ਆ ਉਹਨਾਂ ਦੇ ਮੁਸਲਿਮ MP ਦੀ, ਉਹਦੀ ਵਜ੍ਹਾ ਕਰਕੇ ਉਹਨਾਂ ਨੂੰ ਪੋਲੀਟੀਕਲ ਸਟੈਂਡ ਲੈਣਾ ਪਏਗਾ। ਉਹ ਤੋਂ ਇਲਾਵਾ ਇੱਕ ਹੋਰ ਫੈਕਟਰ ਜਿਹੜਾ ਪ੍ਰਵੇਲ ਕਰ ਰਿਹਾ ਨਾ, ਉਹ ਇਹ ਆ ਕਿ ਪ੍ਰੋਜੈਕਸ਼ਨ, ਚਾਹੇ ਮੂੰਹੋਂ ਨਹੀਂ ਬੋਲ ਰਹੇ, ਪ੍ਰੋਜੈਕਸ਼ਨ ਇਹ ਹੋ ਰਹੀ ਆ ਕਿ SC ਕਮਿਊਨਿਟੀ ਨੂੰ ਉਹਨਾਂ ਦਾ ਆਪਣਾ ਇੱਕ ਬੜਾ ਧੜੱਲੇਦਾਰ ਤੇ ਇੱਕ ਵਾਈਜ਼ ਲੀਡਰ ਮਿਲ ਗਿਆ, ਔਰ ਉਹ ਖੜਗੇ ਨੂੰ ਮੰਨਦੇ, ਔਰ ਉਹ ਖੜਗੇ ਨੂੰ ਇਦਾਂ ਹੀ ਵੀ ਦੇਖ ਰਹੇ ਆ। ਹੁਣ ਜਦੋਂ ਕਹਿਣਾ ਇਹ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਲੋਕਾਂ ਨੇ ਕਿ ਉਹ ਡਾਕਟਰ ਅੰਬੇਡਕਰ ਦਾ ਪੁੱਤਰ ਆ, ਇਹ ਲਫ਼ਜ਼ ਕਹਿੰਦੇ ਵੀ ਮੈਂ ਬੰਦਿਆਂ ਨੂੰ ਡਿਸਕਸ਼ਨ ਦੇ ਦੌਰਾਨ ਵੀ ਕਿ ਲੋਕ ਇਦਾਂ ਸਮਝਣ ਲੱਗ ਪਏ ਆ। ਹੁਣ ਕੀ ਹੋਣਾ ਆ, ਜਦੋਂ ਵੋਟ ਪੈਣੀ ਆ ਨਾ, ਤਾਂ SCs ਨੇ ਧੋਖਾ ਨਹੀਂ ਖਾਣਾ ਇਸ ਵਾਰ, ਕਿਉਂਕਿ ਉਹਨਾਂ ਦੇ ਮਨ 'ਚ ਬੈਠ ਗਈ ਆ ਕਿ ਇਹ ਸਰਕਾਰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਹੈ ਜਿਹੜਾ ਨਾ, ਉਹਨੂੰ ਬਿਲਕੁਲ ਖਤਮ ਕਰਨਾ ਚਾਹੁੰਦੀ ਆ। ਉਹਦੇ ਤੇ ਅੱਜ ਵੀ ਨਹੀਂ ਚੱਲ ਰਹੀ, ਲੇਕਿਨ ਉਹਨੂੰ ਰਿਪਲੇਸ ਕਰਨਾ ਚਾਹੁੰਦੇ ਹੈਗੇ ਆ। ਔਰ ਉਹ ਗੱਲ ਕਤਈ ਵੀ ਜਿਹੜਾ ਨਾ, ਇਹ ਨਹੀਂ ਕਿ ਵੈਸੇ ਤਾਂ ਨੇਸ਼ਨ ਹੀ ਨਹੀਂ ਚਾਹੁੰਦੀ, ਲੇਕਿਨ ਇਹ ਗੱਲ ਜਿਹੜੀ ਬਾਬਾ ਸਾਹਿਬ ਦੇ ਫੋਲੋਅਰ ਨੇ, ਉਹਨਾਂ ਨੂੰ ਮਨ 'ਚ ਆ ਗਈ ਕਿ ਇਹ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ। ਔਰ ਜਿਹੜਾ ਵੀ ਨੇਤਾ ਜਿੰਨਾ ਮੈਂ ਹਾਲਾਂਕਿ ਮਾਇਆਵਤੀ ਜਿਹੜੀ ਨਾ, ਮੇਰਾ 4 ਵਾਰੀ ਜਿਹੜਾ ਨਾ ਉਹ ਕਾਂਸ਼ੀ ਰਾਮ ਜੀ ਦੀਆਂ ਜਿਹੜੀਆਂ ਪਾਲਿਸੀਆਂ ਸੀਗੀਆਂ ਉਹਨਾਂ ਤੇ ਚੱਲਦਿਆਂ ਹੋਇਆਂ ਪਾਵਰ 'ਚ ਆਈ, ਉਹਨੇ ਡਿਫੈਂਡ ਕੀਤਾ, ਉਹਨਾਂ ਨੇ ਹਿੱਤਾਂ ਦੀ ਰਾਖੀ ਕੀਤੀ ਉਹਨਾਂ ਦੇ। ਲੇਕਿਨ ਹੁਣ ਜਿੱਥੇ ਹਾਲਾਤ ਪਹੁੰਚ ਗਏ ਦੇਸ਼ ਦੇ, ਉਹਦੇ ਪਿੱਛੇ ਜਾਣਗੇ ਜਿਹੜਾ ਬਾਬਾ ਸਾਹਿਬ ਦੇ ਕਨਸਟੀਟਿਊਸ਼ਨ ਨੂੰ ਖਤਮ ਹੋਣ ਤੋਂ ਬਚਾਉਣ ਦੀ ਲੜਾਈ ਲੜੇਗਾ। ਔਰ ਲੜਾਈ ਲੜੇਗਾ ਔਰ ਸਮਰੱਥਾ ਰੱਖਦਾ ਆ। ਔਰ ਦੂਸਰਾ ਇਹ ਗੱਲ ਹੈ, ਆਪਾਂ ਪੰਜਾਬ 'ਚ ਦੇਖਿਆ ਜੰਡੂ ਸਾਹਿਬ ਹਾਲਾਤ ਉਸ ਸਮੇਂ ਕਿ ਇਸ ਭਾਈਚਾਰੇ ਦੀ ਜਿਹੜੀ ਸਾਈਕੀ ਹੈ, ਜੋ ਉਹਦੀ ਚੇਤਨਾ ਹੈਗੀ ਆ, ਉਹ ਕਿਸ ਤਰ੍ਹਾਂ ਫੰਕਸ਼ਨ ਕਰਦੀ। ਚਾਹੇ ਕਾਂਗਰਸ ਦਾ ਸੀ, ਉਹ ਚੰਨੀ ਸਾਹਿਬ ਨੂੰ ਜਦੋਂ ਪੇਸ਼ ਕੀਤਾ ਨਾ ਕਿ ਵੀ ਇਹ ਸਾਡਾ ਮੁੱਖ ਮੰਤਰੀ ਆ, ਤਾਂ ਹੇਠਾਂ ਤੱਕ ਸਾਰੀ ਕਮਿਊਨਿਟੀ, ਸਾਰੇ ਭਾਈਚਾਰੇ ਦੇ ਹੇਠਾਂ ਜਿੱਤੇ ਵੀ ਕਿਸਮ ਦੀਆਂ ਕੋਈ ਵਿਰੋਧਤਾਵਾਂ ਸੀ,
ਸਾਰੀ ਇੱਕ ਮੁੱਠ ਸੀ। ਮੈਨੂੰ ਆਪਣਾ ਜਾਤੀ ਤਜਰਬਾ ਹੈਗਾ, ਜਦੋਂ ਮੈਨੂੰ ਇਹਨਾਂ ਦੇ ਵਿੱਚ ਘੁੰਮਣ ਦਾ ਮੌਕਾ ਹੋਰ ਵਜ੍ਹਾ ਕਰਕੇ ਵੀ ਮਿਲਿਆ, ਇਹਨਾਂ ਨੂੰ ਮੀਟਿੰਗਾਂ ਤੇ ਜਾਣ ਦਾ, ਗੱਲਾਂ ਕਰਨ ਦਾ, ਬੋਲਣ ਦਾ ਮੌਕਾ ਮਿਲਿਆ, ਉਦੋਂ ਸਾਫ਼ ਨਜ਼ਰ ਆਉਂਦਾ ਕਹਿੰਦੇ ਬਾਕੀ ਸਭ ਛੱਡੋ, ਮੁੱਖ ਮੰਤਰੀ ਸਾਡਾ ਬਣ ਰਿਹਾ, ਸੀ ਸਾਰੇ ਉਹਦੇ ਨਾਲ ਇਕੱਠੇ, ਹਨਾ। ਔਰ ਜਿੱਦਾਂ ਜੇ ਇਹ ਇਮੇਜ ਜਿੱਦਾਂ ਬਣਦਾ ਜਾ ਰਿਹਾ ਆ, ਤਾਂ ਜਿਸ ਤਰ੍ਹਾਂ ਮੁਸਲਿਮ ਵੋਟ ਨਹੀਂ ਨਾ ਇੱਕ ਵੀ ਜਾਣੀ, ਐਸੀ ਵੋਟ ਵੀ ਵੱਜਵੀਂ ਪੈਣੀ ਆ, ਔਰ ਉਹਨੂੰ ਕੋਈ ਡਿਵਾਈਡ ਨਹੀਂ ਕਰ ਸਕੂਗਾ, ਚਾਹੇ ਭਾਵੇਂ ਉਹਨਾਂ ਦਾ ਲੀਡਰ ਰਿਹਾ ਹੋਵੇ ਕੋਈ। ਇਹ ਮੇਰੀ ਜਾਣੀ ਸਮਝ ਬਣਦੀ ਹੈ ਇਹਦੇ ਬਾਰੇ। ਚਾਹੁੰਦਾ ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ, ਪਰ ਮੈਂ ਜਿਹੜੀ ਸਾਰੀ ਸਥਿਤੀ ਜਿਸ ਤਰ੍ਹਾਂ ਤੁਸੀਂ ਬਿਆਨ ਕੀਤੀ ਹੈ, ਜਿਸ ਤਰ੍ਹਾਂ ਤੁਹਾਡੀ ਰਾਏ ਹੈ, ਉਸ ਤੇ ਇਹ ਲੱਗਦਾ ਹੈ ਕਿ ਜੋ ਕੁਝ ਗੱਲ RSS ਦੇ ਜਿਹੜਾ ਅਖਬਾਰ ਹੈ ਆਰਗੇਨਾਈਜ਼ਰ ਜਾਂ ਪੰਚਨਾਦ ਹੈ, ਉਹਨਾਂ ਨੇ ਜਿਹੜੀ ਕਰਨਾਟਕਾ ਚੋਣਾਂ ਤੋਂ ਬਾਅਦ ਕਹੀ ਸੀ ਕਿ ਹੁਣ ਨਾ ਤਾਂ ਮੋਦੀ ਦੇ ਕੋਈ ਚਮਤਕਾਰ ਰਿਹਾ ਤੇ ਨਾ ਹਿੰਦੂਤਵਾ ਦੇ ਆਧਾਰ ਤੇ ਜਿਹੜੀਆਂ ਵੋਟਾਂ ਮਿਲ ਸਕਣਗੀਆਂ ਆਉਣ ਵਾਲੇ ਸਮੇਂ 'ਚ, ਕੀ ਉਹ ਗੱਲ ਸੱਚੀ ਹੁੰਦੀ ਸਾਬਤ ਲੱਗ ਰਹੀ ਹੈ? ਨਹੀਂ, ਇਹ ਜਿਹੜਾ ਨਾ ਆਬਜ਼ਰਵੇਸ਼ਨਸ ਉਹਨਾਂ ਦੀਆਂ ਗਲਤ ਹੋਈਆਂ, ਪਰ ਉਹਨਾਂ ਦੀ ਕੋਈ ਮਤਲਬ ਡਿਸੀਜਨ 'ਚ, ਅੰਡਰਸਟੈਂਡਿੰਗ 'ਚ ਜਾਂ ਨੀਅਤ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ। ਉਹ ਆਪਣੀਆਂ ਪਾਲਿਸੀਆਂ ਦੇ ਅੰਦਰ ਮੈਂ ਤੇ ਗੱਲ ਕਰਦਾ ਕਿ ਜੋ ਕੁਝ ਉਸ ਅਖਬਾਰ ਦੇ ਉਸੋਂ ਲਿਖਿਆ, ਉਸ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਉਹ ਜਿਹੜੀ ਗੱਲ ਸੀਗੀ, ਉਹਨਾਂ ਦੀ ਨਤੀਜੇ ਨੀਤੀਆਂ 'ਚ ਤਬਦੀਲੀ ਆਈ ਜਾਂ ਨਹੀਂ ਆਈ, ਪਰ ਜੋ ਕੁਝ ਉਹਨਾਂ ਨੇ ਉਦੋਂ ਲਿਖਿਆ ਤੇ ਪਰ ਕੀ ਉਹ ਅੱਜ ਅਮਲ 'ਚ ਸੱਚ ਨਹੀਂ ਹੋ ਰਿਹਾ? ਹੋ ਰਿਹਾ, ਲੇਕਿਨ ਜਿਹੜੇ ਬਿਆਨਾਂ ਵਿੱਚ ਵੀ ਤਬਦੀਲੀਆਂ ਆਈਆਂ ਨਾ ਜੀ, ਉਹ ਇਸੇ ਦਾ ਹੀ ਨਤੀਜਾ ਹੈਗਾ। ਉਹ ਨੋਟ ਕਰਨ ਵਾਲੀ ਜਿਹੜੀ ਮੈਂ ਗੱਲ, ਇੱਕ ਪੁਆਇੰਟ ਹੋਰ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਸੀ। ਭਾਗਵਤ ਹੋਣਾ ਜਿਹੜੀਆਂ ਪਿਛਲੇ ਦਿਨੀ ਕਹੀਆਂ ਗੱਲਾਂ ਜੀ। ਭਾਗਵਤ ਅਜੇ ਕੁਛ ਦਿਨ ਮਤਲਬ ਸਮਝ ਲਓ ਕਿ ਪਿਛਲੇ ਦਿਨ, ਹਨਾ ਜੀ ਜੀ, ਇਹ ਮੁਹਿੰਮ ਚਲਾਈ ਜਾ ਰਹੀ ਸੀਗੀ ਕਿ ਇਹ ਲੈਂਡ ਜਿਹਾਦ ਕਰਦੇ, ਇਹ ਕਬਜ਼ਾ ਕਰਦੇ ਆ, ਉੱਥੇ ਫਿਰ ਆਪਣੀ ਜਾ ਕੇ ਮਸਜਿਦ ਬਣਾਉਂਦੇ ਆ, ਫਿਰ ਸਾਡੇ ਜਿਹੜੇ ਧਾਰਮਿਕ ਸਥਾਨਾਂ ਤੇ ਮਤਲਬ ਲੈਂਡ ਜਿਹਾਦ, ਜਾਣੀ ਉਸ ਨੀਤੀ ਦੇ, ਉਹ ਇੱਕ ਧਾਰਮਿਕ ਐਂਗਲ ਸੀਗਾ, ਹਨਾ। ਉਹਦੇ ਤੋਂ ਸ਼ਿਫਟ ਕਰਨ ਲੱਗਿਆ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਾ। ਉਹੀ ਭਾਗਵਤ ਕਹਿੰਦੇ ਆ ਕਿ ਸਾਨੂੰ ਜਿਹੜਾ ਨਾ ਉਹ ਦੂਸਰੇ ਧਾਰਮਿਕ ਸਥਾਨਾਂ 'ਚ ਵੀ ਜਾਣਾ ਚਾਹੀਦਾ, ਮਸੀਤਾਂ 'ਚ ਵੀ ਜਾਣਾ ਚਾਹੀਦਾ, ਸਾਨੂੰ ਜਿਹੜਾ ਗਿਰਜਿਆਂ 'ਚ ਵੀ ਜਾਣਾ ਚਾਹੀਦਾ, ਹਨਾ। ਸਾਨੂੰ ਗੁਰਦੁਆਰੇ ਤਾਂ ਚਲੇ ਜਾਂਦੇ ਆ, ਹਨਾ, ਕਦੇ। ਸੋ ਇਸ ਤਰ੍ਹਾਂ ਇਹ ਜਿਹੜੀ ਸ਼ਿਫਟ ਆ ਨਾ, ਇਹ ਉਹਦੇ ਨਾਲ ਉੱਕਾ ਹੀ ਕੰਟਰਾਡਿਕਟਰੀ ਹੈਗੇ ਜੋ ਚੱਲਦਾ ਰਿਹਾ ਪਿੱਛੇ, ਹਨਾ। ਲੈਂਡ ਜਿਹਾਦ ਉਹਦਾ ਉਹਦੀ ਇੱਕ ਉਦਾਹਰਣ ਸੀਗੀ, ਹਨਾ। ਲਵ ਜਿਹਾਦ ਤਾਂ ਲੋਕਾਂ ਨੇ ਸੁਣਿਆ ਹੋਇਆ ਸੀਗਾ, ਲੇਕਿਨ ਲੈਂਡ ਜਿਹਾਦ ਇਹ ਤੇ ਵੀ ਇਹ ਜ਼ਬਰੀ ਜ਼ਮੀਨਾਂ ਤੇ ਕਬਜ਼ਾ ਕਰਕੇ ਉੱਥੇ ਆਪਣੇ ਧਾਰਮਿਕ ਸਥਾਨ ਬਣਾ ਕੇ ਦੂਜੇ ਧਾਰਮਿਕ ਸਥਾਨਾਂ ਨੂੰ ਜਿਹੜਾ ਨਾ ਵਗੈਰਾ। ਕਹਿਣ ਤੋਂ ਮੇਰਾ ਮਤਲਬ ਹੈ ਕਿ ਹਾਰ ਨਜ਼ਰ ਆਉਂਦੀ ਦੇਖ ਕੇ ਬਿਆਨ ਜਿਹੜੇ ਨਾ ਉਹਨਾਂ 'ਚ ਤਬਦੀਲੀਆਂ ਆ ਰਹੀਆਂ। ਚਾਹੇ ਉਹਨੂੰ ਤੁਸੀਂ ਕਹਿ ਲਓ ਕਿ ਜੀ ਨੀਤੀ 'ਚ ਤਬਦੀਲੀ ਕੀਤੀ ਆ, ਪਰ ਮੇਰਾ ਖਿਆਲ ਹੈ ਕਿ ਨੀਤੀ ਦੀ ਤਬਦੀਲੀ ਦਾ ਤਾਂ ਪਤਾ ਲੱਗੂਗਾ ਨਾ ਵੀ ਜੇ ਜਿੱਤਣ ਤੋਂ ਬਾਅਦ, ਜੇ ਜਿੱਤ ਗਏ ਬਾਈ ਚਾਂਸ, ਤੇ ਫਿਰ ਇੰਪਲੀਮੈਂਟ ਕਰਦੇ ਆ ਕਿ ਨਹੀਂ ਕਰਦੇ, ਕਿ ਉੱਥੇ ਹੀ ਖੜੇ ਆ। ਲੇਕਿਨ ਇਹ ਆ ਕਿ ਵੋਟਰਾਂ ਨੂੰ ਆਪਣੇ ਨਾਲੋਂ ਟੁੱਟਣ ਤੋਂ ਬਚਾਉਣ ਦੇ ਲਈ ਕਈ ਕੁਝ ਕਰਨਾ ਪੈ ਰਿਹਾ। ਇਹ ਸਭ ਇੰਡੀਕੇਸ਼ਨ ਹੈ ਇਹਨਾਂ ਗੱਲਾਂ ਦਾ ਕਿ ਚਾਹੇ ਉਹ ਜਾ ਕੇ ਉੱਥੋਂ ਦਿੱਲੀੋਂ MP ਦੇ ਜੇ ਦਲਿਤ ਕੋਈ ਗਊ ਦਾ ਮਾਸ ਖਾਂਦੇ, ਸਾਨੂੰ ਉਹ ਵੀ ਕੋਈ ਇਤਰਾਜ਼ ਨਹੀਂ। ਹਨਾ, ਉਹ ਤਾਂ ਇਹਨਾਂ ਦੀ ਮੌਕਾ ਪ੍ਰਸਤੀ ਦਾ ਪਹਿਲਾਂ ਵੀ ਹੈਗੀ ਆ ਬਈ, ਜਿਹੜਾ ਨਾ ਉਹ ਥੱਲੇ ਗੋਆ 'ਚ ਹੋਰ ਨੀਤੀ, ਹਨਾ, ਉੱਥੇ ਤਾਂ ਯਕੀਨ ਦਵਾਉਂਦੇ ਕਿ ਅਸੀਂ ਨਾਰਥ ਈਸਟ 'ਚ ਹੋਰ ਹੈ, ਨਾਰਥ ਈਸਟ 'ਚ ਹੋ ਰਿਹਾ, ਉੱਥੇ ਅਸੀਂ ਯਕੀਨੀ ਬਣਾਉਂਦੇ ਆ, ਉੱਤੇ ਅਸੀਂ ਜਿਹੜਾ ਨਾ ਉਹ ਦੂਜਾ ਉਹ ਇਹ ਮਤਲਬ ਨਾ, ਇਹ ਤਾਂ ਇਹ ਆ ਕਿ ਵੀ ਇੱਕ ਅਪਰਚੂਨਿਜ਼ਮ ਹੈ, ਹਨਾ, ਪੋਲੀਟੀਕਲ ਅਪਰਚੂਨਿਜ਼ਮ। ਪਰ ਚਾਚਾ ਜੀ ਇੱਥੇ ਜਾਂਦੇ ਜਾਂਦੇ ਹੀ ਆਪਣੇ ਸਵਾਲ ਹੈ ਮੇਰਾ, ਉਹ ਇਹ ਹੈ ਕਿ ਜਿਸ ਤਰ੍ਹਾਂ ਮਣੀਪੁਰ ਦੇ ਅੰਦਰ ਜੋ ਕੁਝ ਵਾਪਰਿਆ, ਅਸੀਂ ਪਿਛਲੇ 4 ਮਹੀਨੇ ਤੋਂ ਦੇਖ ਰਹੇ ਹਾਂ ਕਿ ਉੱਥੇ ਕੇਂਦਰ ਸਰਕਾਰ ਵੱਲੋਂ ਕੁਝ ਕਦਮ ਨਾ ਚੁੱਕੇ ਜਾਣਾ, ਤੇ ਹੁਣ ਅਲਟੀਮੇਟਲੀ ਆ ਕੇ ਉਹਨਾਂ ਦਾ ਜਿਹੜਾ ਉੱਥੋਂ ਦਾ ਯੂਨਿਟ ਹੈ ਮਣੀਪੁਰ ਦੇ ਸੂਬੇ ਦਾ, ਉਹੀ ਕੇਂਦਰ ਸਰਕਾਰ ਨੂੰ ਇਹ ਕਹਿਣ ਲੱਗ ਗਿਆ ਕਿ ਇੱਥੋਂ ਦੀ ਸਥਿਤੀ ਨੂੰ ਬਚਾਉਣ ਦੇ ਲਈ ਕੋਈ ਢੰਗ ਤਰੀਕੇ ਨਾਲ ਜਿਹੜਾ ਕੰਮ ਨਹੀਂ ਹੋ ਰਿਹਾ, ਇਸ ਸਥਿਤੀ ਨੂੰ ਬਚਾਇਆ ਜਾਵੇ ਇੱਥੋਂ ਮਣੀਪੁਰ ਦੀ। ਬਿਲਕੁਲ ਉੱਥੋਂ ਦਾ ਜਿਹੜਾ ਮਤਈ ਭਾਈਚਾਰਾ ਹੈ ਨਾ, ਜਿਨ੍ਹਾਂ ਦੀ ਫੇਵਰ ਆਊਟ ਆਫ ਦਾ ਵੇ ਲੋਕ ਸਮਝਦੇ ਸੀ ਕੀਤੀ ਜਾ ਰਹੀ ਹੈ, ਕੰਪੈਰੇਟਿਵਲੀ ਉਹਨਾਂ ਦੇ ਅੰਦਰੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ, ਜਿਹੜੀਆਂ ਤੁਸੀਂ ਕਹਿੰਦੇ ਹੋ, ਹਨਾ, ਕਿ ਵੀ ਇਹਦੇ ਲਈ ਮਣੀਪੁਰ ਦੇ ਲਈ ਜਿਹੜੀ ਨਾ ਉਹ ਪਾਲਿਸੀਆਂ
ਜਿਹੜੀਆਂ ਨਾ ਸੋਲਿਡ ਪਾਲਿਸੀਆਂ ਜਿਹੜੀਆਂ ਨਾ ਫਰੇਮ ਕੀਤੀਆਂ ਜਾਣ ਔਰ ਇੱਥੇ ਜਿਹੜਾ ਨਾ ਮਾਹੌਲ ਤਬਦੀਲ ਕਰਨ ਦੇ ਲਈ ਕੋਈ ਕਦਮ ਉਠਾਏ ਜਾਣ। ਲੇਕਿਨ ਹੁਣ ਓਵਰਆਲ ਜੇ ਅਸੀਂ ਇਹਨੂੰ ਸੰਭਵ ਕਰਨਾ ਹੋਵੇ, ਜੀ ਜਿੱਥੇ ਜਿੱਥੇ ਵੀ ਟੋਟਲ ਅਸੀਂ ਜਿਹੜੀਆਂ ਨਾ ਅਸੀਂ ਇਹਨਾਂ ਦੀਆਂ ਨੀਤੀਆਂ ਨੂੰ ਜਿਹੜਾ ਆਪਾਂ 2 3 4 5 ਪੁਆਇੰਟ ਬਣਾਏ ਆ, ਜੀ ਉਹ ਜੀ ਤੁਸੀਂ ਜਿਹੜੇ ਮਰਜ਼ੀ ਸਟੇਟ ਤੇ ਉਂਗਲੀ ਰੱਖ ਲਓ, ਉੱਥੇ ਹੀ ਜਿਹੜੇ ਆ ਪੁਰਾਣੇ ਜਾਂ ਜਿਨ੍ਹਾਂ ਨੇ ਪਾਰਟੀ ਨੂੰ ਬੀਜੇਪੀ ਨੂੰ ਬਣਾਉਣ ਦੇ ਵਿੱਚ ਚਲਾਉਣ ਦੇ ਵਿੱਚ ਆਪਣਾ ਜੀਵਨ ਲਾਇਆ ਸੀਗਾ, ਉਹਨਾਂ ਦੇ ਵਿੱਚ ਬਗਾਵਤ ਦੀ ਜਿਹੜੀ ਨਾ ਇੱਕ ਹਵਾ ਚੱਲੀ ਹੋਈ ਹੈ। ਔਰ ਕਈਆਂ ਦੇ ਲੋਕਲ ਕਾਰਨ ਹੈਗੇ ਤਾਂ ਕਈਆਂ ਦੇ ਕਾਰਨ ਹੈਗੇ ਆ ਓਵਰਆਲ ਪਾਲਿਸੀ ਦੇ ਕਾਰਨ। ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਸਾਡੀ ਕੀਤੀ ਕਰਾਈ ਜਿਹੜੇ ਨਾ ਜਾਂਦੀ ਨਾ ਲੱਗੇ, ਕਿ ਅਸੀਂ ਇਸ ਤਰ੍ਹਾਂ ਮਾਰ ਖਾ ਜਾਈਏ ਕਿ ਮੁੜ ਕੇ ਉੱਠਣ ਨੂੰ ਬੜਾ ਦੇਰ ਲੱਗ ਜਾਵੇ। ਜਾਣੀ ਤੁਸੀਂ ਖਾਸ ਮਤਲਬ ਵਿਸ਼ੇਸ਼ ਤੌਰ ਤੇ ਤੁਸੀਂ ਦੇਖ ਸਕਦੇ ਆ, ਚਾਹੇ ਤੁਸੀਂ ਮੱਧ ਪ੍ਰਦੇਸ਼ ਦੇ ਉੱਥੇ ਬਰੀਕੀ ਨਾਲ ਦੇਖੋਗੇ ਤੁਹਾਨੂੰ ਨਜ਼ਰ ਆਏਗਾ ਕਿ ਬਗਾਵਤ ਦੀ ਸੁਰ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਵਿੱਚ ਜਾਓਗੇ ਤੁਹਾਨੂੰ ਨਜ਼ਰ ਆਏਗਾ ਕਿ ਹਾਂ ਇੱਕ ਸੈਕਸ਼ਨ ਹੈਗਾ ਆ ਜਿਹੜਾ ਉਹ ਰੁਸਿਆ ਹੋਇਆ ਜਾਂ ਉਹ ਬੋਲਣਾ ਸ਼ੁਰੂ ਕਰ ਵਸੁੰਧਰਾ ਰਾਜੇ ਦਾ ਜਿਹੜਾ ਧੜਾ ਬਕਾਇਦਾ ਹਨਾ, ਇਹ ਕਿੱਥੋਂ ਬਈ ਜਿਹਦਾ ਵੀ ਕੱਦ ਨਿਕਲਦਾ ਨਜ਼ਰ ਆਉਂਦਾ ਹੋਵੇ, ਪਹਿਲਾਂ ਤਾਂ ਉਹਨੂੰ ਮੁਕਾਓ ਆਪਣੀ ਪਾਰਟੀ ਦੇ ਅੰਦਰ, ਹਨਾ। ਇੱਕ ਇਹ ਵੀ ਇੱਕ ਤਰੀਕਾ ਹੈਗਾ। ਦੂਜਾ ਹੈ ਕਿ ਲੋਕਾਂ ਦੇ ਵਿੱਚੋਂ ਨਖੇੜਾ ਕਰਨ ਵਾਲੀਆਂ ਨੀਤੀਆਂ ਨੂੰ ਜੇ ਜਾਰੀ ਰੱਖਣਾ ਹੈਗਾ ਤੇ ਤਾਂ ਵੀ ਜਿਹੜਾ ਉਹ ਬਦਲਣਾ ਚਾਹੁੰਦੇ ਆ ਬਦਲਿਆ ਨਹੀਂ ਜਾ ਰਿਹਾ। ਇਹਨਾਂ ਦੋ ਕਾਰਨਾਂ ਕਰਕੇ ਦੇ ਅੰਦਰ ਜਿਹੜਾ ਨਾ ਉਹ ਮਾਹੌਲ ਐਸਾ ਕ੍ਰੀਏਟ ਹੋ ਰਿਹਾ, ਵਿਰੋਧ ਪੈਦਾ ਹੋ ਰਿਹਾ, ਜਿਹੜਾ ਕਿਸੇ ਵੀ ਹੱਦ ਤੱਕ ਜਿਹੜਾ ਨਾ ਉਹ ਜਾਣ ਦੇ ਚਾਂਸ ਹੋ ਸਕਦੇ ਆ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਜੇ ਦੇਖਦੇ ਹਾਂ, ਸਾਫ਼ ਨਜ਼ਰ ਆਉਂਦਾ ਕਿ ਹਾਲਾਤ ਬਹੁਤ ਤੇਜ਼ੀ ਦੇ ਨਾਲ ਬਦਲੇ ਆ ਔਰ ਡਿਕਲਾਈਨ ਆਇਆ ਹੋਇਆ ਆ। ਉਹਦੇ ਲਈ ਜਿਹੜਾ ਵੀ ਉਹ ਸਟੈਪ ਲੈਂਦੇ ਹੈਗੇ ਆ, ਉਹਦਾ ਕੋਈ ਨਾ ਕੋਈ ਜਿਹੜਾ ਨਾ ਉਹ ਪ੍ਰਭਾਵ ਉਲਟਾ ਜਾਂਦਾ ਹੈ। ਜਿਹੜੇ ਵੀ ਚਾਂਸ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਉਹਦਾ ਕੋਈ ਨਤੀਜਾ ਨਹੀਂ ਨਿਕਲਦਾ, ਹਨਾ। ਜਿਹਨੇ ਆਪਾਂ 2 ਉਦਾਹਰਨਾਂ ਵੀ ਲਈਆਂ ਹੈਗੀਆਂ ਔਰ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ। ਜਾਣੀ ਉਹ ਪੁਰਾਣੀ ਪਾਲਿਸੀ ਕਿ ਅਸੀਂ ਕੋਈ ਕਮਿਊਨਲ ਐਂਗਲ ਨੂੰ ਇਸਤੇਮਾਲ ਕਰਕੇ ਕਰ ਲਵਾਂਗੇ। ਇਹ ਵੀ ਕਹਿ ਸਕਦੇ ਹਾਂ ਜਿਹੜੀ ਉਹ ਗੱਲ ਅੱਗੇ ਕਹਿੰਦੇ ਹੁੰਦੇ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ, ਹੁਣ ਇਹ ਲੱਗਦਾ ਹੈ ਕਿ ਨਾਮੁਮਕਿਨ ਹੈ ਸਭ ਕੁਝ। ਚਲੋ ਕੋਈ ਨਾ ਕੋਈ ਟਰਮ ਆਏਗੀ ਸਾਹਮਣੇ, ਲੇਕਿਨ ਪਹਿਲੀ ਰੱਦ ਹੋ ਗਈ ਹੈ। ਜੀ 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 ਚਾਹਨਾ ਆਖਰੀ ਗੱਲ ਜੇ ਤੁਸੀਂ ਕਹਿਣੀ ਹੋਵੇ, ਆਪਣਾ ਸਮਾਂ ਸਮਾਪਤ ਹੈ ਬਸ ਜੀ। ਮੇਰਾ ਖਿਆਲ ਹੈ ਕਿ ਵੀ ਇਹ ਸਮ ਅਪ ਹੋ ਗਿਆ ਆ ਕਿ ਜਿਸ ਸਪੀਡ ਦੇ ਨਾਲ ਹੋ ਰਿਹਾ ਨਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਰਫ਼ਤਾਰ ਵਧਣ ਦੇ ਚਾਂਸ ਹੈ। ਇਹ ਤਾਂ ਕਹਿ ਹੀ ਸਕਦੇ ਹਾਂ ਕਿ ਮੋਦੀ ਹੈ ਤਾਂ ਮੁਮਕਿਨ ਹੈ ਦਾ ਦੌਰ ਹੋਇਆ ਖਤਮ, ਮਤਲਬ ਚੱਲ ਨਹੀਂ ਰਿਹਾ। ਮੇਰਾ ਖਿਆਲ ਹੈ ਉਹਨਾਂ ਦੇ ਆਪਣੇ ਅੰਦਰ ਸੁਰਾਂ ਜਿਹੜੀਆਂ ਉੱਠ ਰਹੀਆਂ ਨਾ, ਉਹ ਇਸੇ ਦਾ ਹੀ ਨਤੀਜਾ ਹੈਗਾ ਕਿ ਵੀ ਹੁਣ ਮੁਮਕਿਨ ਨਹੀਂ ਰਿਹਾ, ਕੋਈ ਨਵਾਂ ਤਰੀਕਾ ਲੱਭੋ, ਹਨਾ। ਇਹ ਬਾਹਰੋਂ ਕਹਿਣਾ ਕਿ ਬਾਹਰੋਂ ਤਾਂ ਲੋਕ ਕੀ ਕਹਿ ਰਹੇ ਆ ਜਾਂ ਕਿੱਥੇ ਪਹੁੰਚੇ ਹੋਏ ਆ, ਉਹਦੇ ਐਕਸਪ੍ਰੈਸ਼ਨ ਤਾਂ ਕਈ ਤਰ੍ਹਾਂ ਦੇ ਨਾਲ ਹੋ ਗਏ ਸਾਹਮਣੇ, ਹਨਾ। ਹਾਰਾਂ ਹੋਈਆਂ ਲਗਾਤਾਰ, ਲੇਕਿਨ ਹੁਣ ਜਿਹੜਾ ਅੰਦਰੋਂ ਆ ਨਾ ਉਹ ਜਸਟੀਫਾਈ ਕਰ ਰਿਹਾ ਤੁਹਾਡੀ ਇਸ ਗੱਲ ਨੂੰ ਕਿ ਵੀ ਹੁਣ ਉਹਨਾਂ ਦੇ ਅੰਦਰੋਂ ਵੀ ਲੋਕ ਇਹ ਨਹੀਂ ਸਮਝਦੇ ਕਿ ਮੁਮਕਿਨ ਹੈ। ਜੀ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ। ਤੇ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਸ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਇਹ ਸਾਰੀ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ, ਤੁਹਾਡੀ ਕੋਈ ਰਾਏ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਜੰਡੂ ਸਾਹਿਬ।